वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ। ਲੇਖਕ ਅਜਮੇਰ ਸਿੰਘ। ਆਓ ਕਿਤਾਬ ਸ਼ੁਰੂ ਕਰਦੇ ਹਾਂ। कई लिखारियां ने बेसमझी जां किसी गैर जमहूरी सियासी असर हेठ आके गदर पार्टी दी जमहूरीयत नूं नुकसान पहुंचाउण दी कोशिश की। अंग्रेज़ां दे एजेंटां दा इह प्रचार सी कि गदर पार्टी लाला हरदयाल ने खड़ी कीती है, नहीं तां इह पंजाबियां दा अणपढ़ टोला ही है। ਸਕੂਲਾਂ ਵਿੱਚ ਨਵੀਆਂ ਲੱਗੀਆਂ ਕਿਤਾਬਾਂ ਵਿੱਚ ਅੰਗਰੇਜ਼ਾਂ ਦੇ ਪ੍ਰਚਾਰ ਦੇ ਪੱਖ ਵਿੱਚ ਅਤੇ ਗਦਰ ਪਾਰਟੀ ਦੀ ਜਮਹੂਰੀ ਲਾਈਨ ਨੂੰ ਇਤਿਹਾਸ ਵਿੱਚੋਂ ਨਾਬੂਦ ਕਰਨ ਖਾਤਰ ਹਕੂਮਤ ਨੇ ਵੀ ਪਾਲਿਸੀ ਅਖਤਿਆਰ ਕਰ ਲਈ ਹੈ। ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਸਾਰੇ ਲਿਖਾਰੀ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਗੇ ਅਤੇ ਜਾਗੀ ਹੋਈ ਕੌਮ ਅਤੇ ਦੇਸ਼ ਆਪਣੀ ਇਨਕਲਾਬੀ ਤਾਰੀਖ ਨੂੰ सच्चे अर्थां विच जनता दे सामने लियाउणगे। बाबा सोहन सिंह भकना। मुढ़ले शब्द। गदर पार्टी अते लहर नाल संबंधित लिखतां विचों शहीद करतार सिंह सराभा दे जीवन बारे जिहड़ी जानकारी मिलदी है ਉਹ ਮੁਕੰਮਲ ਅਤੇ ਬੱਝਵੀਂ नहीं है। जिन्ने कु तत्थ मिलदे हन ਉਹ अधूरे खिलरे बिखरे ਅਤੇ उगड़े दुगड़े ਹਨ। ਇਹਨਾਂ ਤੱਥਾਂ ਦਾ ਸੋਮਾ ਮੁੱਖ ਤੌਰ ਤੇ ਉਸ ਦੇ ਸਹਿ ਸੰਗਰਾਮੀਆਂ ਜਾਂ ਸਮਕਾਲੀਆਂ ਦੀਆਂ ਲਿਖਤਾਂ ਹਨ, ਪਰ ਸਮੱਸਿਆ ਇਹ ਹੈ ਕਿ ਇਹਨਾਂ ਲਿਖਤਾਂ ਵਿੱਚ ਦਰਜ ਬਹੁਤ ਸਾਰੇ ਤੱਥ ਅਤੇ ਵੇਰਵੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਅਜਿਹੀ ਹਾਲਤ ਵਿੱਚ ਠੀਕ ਅਤੇ ਗਲਤ ਦਾ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਲਹਿਰ ਵਿੱਚ ਸਰਗਰਮ ਰਹੇ ਵਿਅਕਤੀ ਜਦੋਂ ਕੁਝ ਸਮਾਂ ਬੀਤ ਜਾਣ ਪਿੱਛੋਂ ਯਾਦਾਸ਼ਤ ਦੇ ਆਧਾਰ ਤੇ ਲਹਿਰ ਦੌਰਾਨ ਵਾਪਰੀਆਂ ਘਟਨਾਵਾਂ ਦੇ ਵੇਰਵੇ ਲਿਖਣ ਲੱਗ ਜਾਂਦੇ ਹਨ ਤਾਂ ਉਹਨਾਂ ਦੇ ਬਿਰਤਾਂਤ ਅੰਦਰ ਤਰੀਕਾਂ, ਤੱਥਾਂ ਅਤੇ ਘਟਨਾਵਾਂ ਦੇ ਵਰਣਨ ਵਿੱਚ ਗਲਤ ਬਿਆਨੀ ਦੀ ਸੰਭਾਵਨਾ ਹੁੰਦੀ ਹੈ। ਕੁਝ ਤਾਂ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਸਮਾਂ ਪੈਣ ਨਾਲ ਯਾਦਾਸ਼ਤ ਧੁੰਦਲੀ ਹੋ ਜਾਂਦੀ ਹੈ, ਜਿਸ ਕਰਕੇ ਕੁਝ ਮਾਮਲਿਆਂ ਵਿੱਚ ਅਣਜਾਣੇ ਰੂਪ ਵਿੱਚ ਤੱਥਾਂ ਅਤੇ ਤਰੀਕਾਂ ਬਾਰੇ ਟਪਲਾ ਲੱਗ ਜਾਣਾ ਸੁਭਾਵਿਕ ਹੁੰਦਾ ਹੈ। ਪਰ ਇਸ ਤੋਂ ਬਿਨਾਂ ਵੀ ਲਹਿਰਾਂ ਨਾਲ ਜੁੜੇ ਰਹੇ ਕੁਝ ਵਿਅਕਤੀਆਂ ਅੰਦਰ ਆਪਣੇ ਅੰਤਰਮੁਖੀ ਝੁਕਾਵਾਂ ਅਤੇ ਪੱਕ ਚੁੱਕੇ ਸੰਸਕਾਰਾਂ ਮੁਤਾਬਿਕ ਤੱਥਾਂ ਨੂੰ ਗਲਤ ਸ਼ਕਲ ਦੇਣ ਜਾਂ ਕੁਝ ਮਨਘੜਤ ਤੱਥ ਸਿਰਜਣ ਦੀ ਅੰਤਰਮੁਖੀ ਬਿਰਤੀ ਹੁੰਦੀ ਹੈ। ਹੋਰਨਾਂ ਲਹਿਰਾਂ ਵਾਂਗੂ ਗਦਰ ਲਹਿਰ ਅੰਦਰ ਵੀ ਦੋ ਕਿਸਮ ਦੇ ਵਿਅਕਤੀ ਸਨ। ਇੱਕ ਉਹ ਜਿਹੜੇ ਲਹਿਰ ਦਾ ਧੁਰਾ ਅਥਵਾ ਜਿੰਦ ਜਾਨ ਸਨ। ਇਹ ਸੰਗਰਾਮੀਏ ਉੱਚੇ ਅਤੇ ਸੁੱਚੇ ਇਖਲਾਕ ਦੇ ਮਾਲਿਕ ਸਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਰੱਤੀ ਭਰ ਅੰਤਰ ਨਹੀਂ ਸੀ। ਇਹਨਾਂ ਸੰਗਰਾਮੀਆਂ ਵਿੱਚੋਂ ਜ਼ਿਆਦਾਤਰ ਸ਼ਹੀਦ ਹੋ ਗਏ ਜਾਂ ਲੰਮਾ ਸਮਾਂ ਜੇਲ੍ਹਾਂ ਵਿੱਚ ਕੈਦ ਰਹੇ। ਪਰ ਇਸ ਦੇ ਨਾਲ ਹੀ ਗਦਰ ਲਹਿਰ ਦੇ ਮੁੱਢਲੇ ਦੌਰ ਅੰਦਰ ਅਮਰੀਕਾ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਕੁਝ ਭਾਰਤੀ ਵਿਦਿਆਰਥੀ ਅਤੇ ਬੁੱਧੀਜੀਵੀ ਜਿਹੜੇ ਹਿੰਦੂ ਉੱਚ ਜਾਤੀਆਂ ਨਾਲ ਸੰਬੰਧਿਤ ਸਨ ਵੀ ਗਦਰ ਲਹਿਰ ਨਾਲ ਜੁੜ ਗਏ ਸਨ। ਉਹਨਾਂ ਨੇ ਕੁਝ ਸਮੇਂ ਲਈ ਗਦਰ ਪਾਰਟੀ ਦੀਆਂ ਪ੍ਰਚਾਰ ਸਰਗਰਮੀਆਂ ਵਿੱਚ ਉਤਸ਼ਾਹਪੂਰਨ ਰੋਲ ਨਿਭਾਇਆ ਸੀ। ਪਰ ਜਦੋਂ 1914 ਵਿੱਚ ਸੰਸਾਰ ਜੰਗ ਛਿੜ ਪੈਣ ਉਪਰੰਤ ਅਮਰੀਕਾ ਕੈਨੇਡਾ ਤੇ ਧੁਰ ਪੂਰਬ ਦੇ ਟਾਪੂਆਂ ਤੋਂ ਭਾਰਤੀ ਪ੍ਰਵਾਸੀਆਂ, ਜਿਨ੍ਹਾਂ ਵਿੱਚੋਂ 90% ਤੋਂ ਵਧੇਰੇ ਸਿੱਖ ਸਨ, ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭਾਰੀ ਗਿਣਤੀ ਵਿੱਚ ਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ ਸਨ, ਤਾਂ ਇਹਨਾਂ ਮੱਧ ਵਰਗੀ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਵਿੱਚੋਂ ਬਹੁਤਿਆਂ ਨੇ ਆਪਣੇ ਪੈਰ ਪਿਛਾਂਹ ਖਿੱਚ ਲਏ ਸਨ। ਲਹਿਰ ਖਤਮ ਹੋ ਜਾਣ, ਖਾਸ ਕਰਕੇ ਭਾਰਤ ਵਿੱਚੋਂ ਬਸਤੀਵਾਦੀ ਰਾਜ ਦੇ ਖਾਤਮੇ ਤੋਂ ਬਾਅਦ ਇਹਨਾਂ 'ਚੋਂ ਕੁਝ ਵਿਅਕਤੀਆਂ ਅੰਦਰ ਗਦਰ ਲਹਿਰ ਬਾਰੇ ਆਪਣੀਆਂ ਯਾਦਾਂ ਲਿਖਣ ਦਾ ਜੋਸ਼ ਜਾਗ ਉੱਠਿਆ। ਮੱਧ ਵਰਗੀ
ਬੁੱਧੀਮਾਨ ਲੋਕਾਂ ਅੰਦਰ ਅਕਸਰ ਹੀ ਆਪਣੇ ਰੋਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਉਹ ਲਹਿਰ ਦੇ ਖਤਮ ਹੋ ਜਾਣ ਉਪਰੰਤ ਲਹਿਰ ਦੇ ਮਹਿਬੂਬ ਨਾਇਕ ਨਾਲ ਆਪਣੀ ਨੇੜਤਾ ਦਰਸਾ ਕੇ ਆਪਣੀ ਮਹੱਤਤਾ ਦਰਸਾਉਣ ਦੇ ਯਤਨ ਕਰਦੇ ਹਨ। ਇਸ ਰੌਸ਼ਨੀ ਵਿੱਚ ਦ੍ਰਿਸ਼ੀ, ਚੈਨਚਈਆ, ਤਾਰਕਨਾਥ, ਗੋਬਿੰਦ ਬਿਹਾਰੀ ਲਾਲ, ਭਾਈ ਪਰਮਾਨੰਦ ਆਦਿ ਦੀਆਂ ਲਿਖਤਾਂ ਨੂੰ ਸ਼ੱਕ ਅਤੇ ਪੜਚੋਲਵੀਂ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਹਨਾਂ ਵੱਲੋਂ ਲਿਖੀ ਕਈ ਕਿਸੇ ਵੀ ਗੱਲ ਨੂੰ ਇੰਨ ਬਿੰਨ ਪ੍ਰਵਾਨ ਨਹੀਂ ਕਰਨਾ ਚਾਹੀਦਾ। ਉਹਨਾਂ ਦੀਆਂ ਲਿਖਤਾਂ ਵਿੱਚ ਦਰਜ ਤੱਥ ਸਮੱਗਰੀ ਨੂੰ ਪ੍ਰਮਾਣਿਕ ਮੰਨ ਲੈਣ ਦੀ ਗਲਤੀ ਕਦਾਚਿਤ ਨਹੀਂ ਕਰਨੀ ਚਾਹੀਦੀ। ਕੁਝ ਜੀਵਨਕਾਰਾਂ ਨੇ ਰਾਸ਼ਟਰਵਾਦ ਦੇ ਬਨਾਉਟੀ ਜਜ਼ਬੇ ਨੂੰ ਸੰਸਾਰੀ ਖੋਜ ਦੇ ਸਵਾਰਥੀ ਮਨੋਰਥ ਅਧੀਨ ਇਸ ਗੈਰ ਭਰੋਸੇਯੋਗ ਤੱਥ ਸਮੱਗਰੀ ਨੂੰ ਆਧਾਰ ਬਣਾ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਵਿਚਾਰਧਾਰਾ ਅਤੇ ਅਮਲਾਂ ਨੂੰ ਗਲਤ ਰੌਸ਼ਨੀ ਵਿੱਚ ਪੇਸ਼ ਕਰਨ ਦੇ ਯਤਨ ਕੀਤੇ ਹਨ। ਇਸੇ ਤਰ੍ਹਾਂ ਕੁਝ ਕੁ ਲੇਖਕਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਲਿਖੀਆਂ ਲਿਖਤਾਂ ਗਹਿਰ ਗੰਭੀਰ ਚਿੰਤਨ ਦੀ ਬਜਾਏ ਚੇਤਨਾ ਦੀ ਕਿਸੇ ਉਪਭਾਵਕ ਹਿਲਜੁਲ ਦਾ ਸਿੱਟਾ ਹਨ। ਇਹਨਾਂ ਵਿੱਚੋਂ ਸ਼ਹੀਦ ਦਾ ਜਿਹੜਾ ਬਿੰਬ ਉੱਭਰਦਾ ਹੈ ਉਹ ਅਸਲੀਅਤ ਤੋਂ ਦੂਰ ਹੈ। ਜੇਕਰ ਲੇਖਕ ਦੀ ਰਚਨਾ ਦੇ ਪਿੱਛੇ ਚਿੰਤਨ ਦੀ ਕੋਈ ਸਹਿਜ ਦ੍ਰਿਸ਼ਟੀ ਕੰਮ ਨਹੀਂ ਕਰਦੀ, ਕੇਵਲ ਸਮਕਾਲੀ ਵਿਚਾਰਧਾਰਾ ਦੀ ਸੌੜੀ ਵਲਗਣ ਵਿੱਚ ਰਹਿ ਕੇ ਲਿਖਿਆ ਜਾਂਦਾ ਹੈ, ਤਾਂ ਇਸ ਵਿੱਚੋਂ ਇਤਿਹਾਸ ਦੀ ਵਿਗੜੀ ਸ਼ਕਲ ਸਾਹਮਣੇ ਆਉਂਦੀ ਹੈ। ਉਪਰੋਕਤ ਵੰਨਗੀ ਦੇ ਲੇਖਕਾਂ ਕੋਲ ਤੱਥਾਂ ਨੂੰ ਇਕੱਤਰਤ ਕਰਨ ਤੇ ਤਰਤੀਬ ਦੇਣ ਦੀ ਜੁਗਤ ਅਤੇ ਯੋਜਨਾ ਤਾਂ ਬੇਸ਼ੱਕ ਹੈ, ਪਰ ਤੱਥਾਂ ਦੀਆਂ ਬਰੀਕ ਅਤੇ ਬਹੁ-ਪਸਾਰੀ ਪਰਤਾਂ ਨੂੰ ਵੇਖਣ ਅਤੇ ਸਮਝਣ ਦੀ ਬੌਧਿਕ ਸਮਰੱਥਾ ਨਹੀਂ ਹੈ। ਤੱਥਾਂ ਦੀ ਸਹੀ ਵਿਆਖਿਆ ਕਰਨ ਵਾਸਤੇ ਤੱਥਾਂ ਨੂੰ ਅਨੁਭਵ ਦੀ ਅੱਖ ਰਾਹੀਂ ਸਮਝਣਾ ਪੈਂਦਾ ਹੈ। ਨਤੀਜੇ ਕੱਢਣ ਵੇਲੇ ਤੱਥ ਅਤੇ ਦਲੀਲ ਵਿਚਕਾਰ ਸੰਜੀਵ ਰਿਸ਼ਤਾ ਬਣਨਾ ਚਾਹੀਦਾ ਹੈ। ਔਸਤਨ ਅਖਬਾਰ ਨਵੀਸੀ ਦੇ ਪੱਧਰ ਦੀਆਂ ਲਿਖਤਾਂ ਅੰਦਰ ਗਦਰ ਸੰਗਰਾਮੀਆਂ ਵਿਰੁੱਧ ਭੁਗਤੇ ਸਰਕਾਰੀ ਗਵਾਹਾਂ ਦੀਆਂ ਗਵਾਹੀਆਂ ਅਤੇ ਸਰਕਾਰੀ ਅਦਾਰਿਆਂ ਤੋਂ ਕਾਰਿੰਦਿਆਂ ਦੀਆਂ ਰਿਪੋਰਟਾਂ ਨੂੰ ਬੇਸਮਝੀ ਨਾਲ ਵਰਤਣ ਦੀ ਉਕਾਈ ਆਮ ਹੋਈ ਹੈ। ਵਿਚਾਰਧਾਰਕ ਨਿਰਪੱਖਤਾ ਦੇ ਸਵੈ ਸਿਰਜੇ ਭਰਮ ਅਧੀਨ ਤੱਥਾਂ ਨੂੰ ਇੰਨ ਬਿੰਨ ਪੇਸ਼ ਕਰਨ ਦਾ ਜਨੂੰਨ ਵੀ ਇਤਿਹਾਸ ਨੂੰ ਗਲਤ ਸ਼ਕਲ ਦੇਣ ਵਿੱਚ ਸਹਾਈ ਹੋ ਨਿਬੜਦਾ ਹੈ। ਤੱਥਾਂ ਨੂੰ ਸਿਰਜਣ ਵਾਲੀ ਅਦ੍ਰਿਸ਼ ਪ੍ਰੇਰਨਾ ਨੂੰ ਸਮਝੇ ਬਿਨਾਂ ਤੱਥਾਂ 'ਚੋਂ ਸਹੀ ਨਤੀਜੇ ਨਹੀਂ ਕੱਢੇ ਜਾ ਸਕਦੇ। ਇਨਕਲਾਬੀ ਲਹਿਰਾਂ ਦਾ ਇਤਿਹਾਸ ਲਿਖਣ ਲਈ ਇਸ ਦੇ ਪਾਤਰਾਂ ਦੇ ਅਹਿਸਾਸਾਂ ਨੂੰ ਪਕੜਨਾ ਜਿੰਨਾ ਜ਼ਰੂਰੀ ਹੁੰਦਾ ਹੈ, ਓਨਾ ਹੀ ਦੁੱਭਰ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ, ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੋ ਜਾਂਦਾ ਹੈ। ਹੱਥਲੀ ਲਿਖਤ ਦਾ ਪਹਿਲਾ ਕਾਂਡ ਐਸੇ ਸਮੱਸਿਆ ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ। ਭਾਰਤੀ ਉਪ ਮਹਾਦੀਪ ਵਿੱਚੋਂ ਬਸਤੀਵਾਦੀ ਰਾਜ ਦਾ ਖਾਤਮਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਕਿਸੇ ਵੀ ਰਾਜਸੀ ਸਰਗਰਮੀ ਦਾ ਵੇਲੇ ਦੀ ਭਾਰੂ ਰਾਜਨੀਤੀ ਵਿਚਾਰਧਾਰਾ ਰਾਸ਼ਟਰਵਾਦ ਦੇ ਹਵਾਲੇ ਤੋਂ ਬਿਨਾਂ ਸਹੀ ਵਿਸ਼ਲੇਸ਼ਣ ਕਰਨਾ ਸੰਭਵ ਨਹੀਂ ਹੈ। ਇਸ ਕਰਕੇ ਹੱਥਲੀ ਕਿਤਾਬ ਦੇ ਦੂਜੇ ਕਾਂਡ ਅੰਦਰ ਭਾਰਤ ਵਿੱਚ ਰਾਸ਼ਟਰਵਾਦ ਦੇ ਆਗਮਨ ਅਤੇ ਵਿਕਾਸ ਦਾ ਸੰਖੇਪ ਖਾਕਾ ਪੇਸ਼ ਕੀਤਾ ਗਿਆ ਹੈ। ਖਾਸ ਕਰਕੇ 20ਵੀਂ ਸਦੀ ਦੇ ਮੁੱਢ ਵਿੱਚ ਬੰਗਾਲ ਅੰਦਰ ਉਭਰੇ ਜੁਝਾਰੂ ਹਿੰਦੂ ਰਾਸ਼ਟਰਵਾਦ ਦੇ ਵਰਤਾਰੇ ਦਾ ਪੜਚੋਲਵਾਂ ਵਿਸ਼ਲੇਸ਼ਣ ਕਰਨ ਅਤੇ ਇਸ ਦੇ ਗਦਰ ਲਹਿਰ ਉੱਤੇ ਪਏ ਵਿਚਾਰਧਾਰਕ ਅਤੇ ਅਮਲੀ ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਨਜ਼ਰੇ ਪਾਠਕਾਂ ਨੂੰ ਇਹ ਕਾਂਡ ਅਢੁਕਵਾਂ ਜਾਂ ਬੇਲੋੜਾ ਲੱਗ ਸਕਦਾ ਹੈ, ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਜਸੀ ਰੋਲ ਨੂੰ ਸਹੀ ਪ੍ਰਸੰਗ ਵਿੱਚ ਰੱਖ ਕੇ ਸਮਝਣ ਲਈ ਇਸ ਸਮਕਾਲੀ ਅਤੇ ਜ਼ੋਰਾਵਰ ਰਾਜਸੀ ਰੁਝਾਨ ਤੋਂ ਜਾਣੂ ਹੋਣਾ ਅਤਿਅੰਤ ਜ਼ਰੂਰੀ ਹੈ। ਉੱਤਰੀ ਅਮਰੀਕਾ ਦੀ ਧਰਤੀ ਉੱਤੇ ਗਦਰ ਲਹਿਰ ਇੱਕਦਮ ਅਚਾਨਕ ਅਤੇ ਕਿਸੇ ਖਲਾਅ 'ਚੋਂ ਪੈਦਾ ਨਹੀਂ ਹੋਈ ਸੀ। ਇਸ ਦੇ ਪੈਦਾ ਹੋਣ ਤੋਂ ਪਹਿਲਾਂ
ਕੁਝ ਗੁਰਮਤਿ ਗੁੱਧੀਆਂ ਹਸਤੀਆਂ ਨੇ ਆਵਾਸੀ ਸਿੱਖ ਭਾਈਚਾਰੇ ਨੂੰ ਪੱਛਮੀ ਸਭਿਅਤਾ ਦੇ ਨਿਘਾਰਵਾਦੀ ਅਸਰਾਂ ਤੋਂ ਬਚਾਉਣ ਦੇ ਮੰਤਵਾਂ ਨਾਲ ਕੈਨੇਡਾ, ਅਮਰੀਕਾ ਅਤੇ ਪੂਰਬ ਦੇ ਟਾਪੂਆਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਵਿਆਪਕ ਅਤੇ ਜਥੇਬੰਦ ਮੁਹਿੰਮ ਚਲਾਈ ਸੀ, ਜਿਸ ਨੇ ਗਦਰ ਲਹਿਰ ਦੇ ਉਪਜਣ ਲਈ ਜ਼ਰਖੇਜ਼ ਜ਼ਮੀਨ ਤਿਆਰ ਕਰ ਦਿੱਤੀ ਸੀ। ਭਾਰਤੀ ਰਾਸ਼ਟਰਵਾਦੀ ਵਿਚਾਰਧਾਰਾ ਦੀਆਂ ਸੌੜੀਆਂ ਵਲਗਣਾਂ ਵਿੱਚ ਰਹਿ ਕੇ ਲਿਖੀਆਂ ਗਈਆਂ ਲਿਖਤਾਂ ਅੰਦਰ ਇਸ ਅਤ ਅਹਿਮ ਪੱਖ ਨੂੰ ਸੁਚੇਤ ਰੂਪ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਦਰ ਲਹਿਰ ਦੇ ਹੱਕ ਵਿੱਚ ਪੈਦਾ ਹੋਏ ਉਭਾਰ ਅੰਦਰ ਸਮਕਾਲੀ ਭਖਵੇਂ ਸਿੱਖ ਮੁੱਦਿਆਂ ਦੀ ਪ੍ਰਧਾਨਤਾ ਦੇ ਤੱਥ ਨੂੰ ਵੀ ਜਾਣਬੁੱਝ ਕੇ ਅੱਖੋਂ ਓਹਲੇ ਕੀਤਾ ਗਿਆ ਹੈ। ਸਥਾਪਤ ਬਿਰਤਾਂਤ ਦੇ ਇਸ ਕੱਜ ਨੂੰ ਦੂਰ ਕਰਨ ਲਈ ਹਥਲੀ ਕਿਤਾਬ ਅੰਦਰ ਗਦਰ ਲਹਿਰ ਦੇ ਉਭਾਰ ਵਿੱਚ ਸਹਾਈ ਹੋਏ ਧਾਰਮਿਕ ਪੱਖ ਨੂੰ ਸੁਚੇਤ ਰੂਪ ਵਿੱਚ ਵਿਸਥਾਰ 'ਚ ਬਿਆਨ ਕੀਤਾ ਗਿਆ ਹੈ। ਲੇਖਕ ਸਰਦਾਰ ਜਰਨੈਲ ਸਿੰਘ ਆਰਟਿਸਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵਿਸ਼ੇਸ਼ ਅੰਦਾਜ਼ ਦਰਸਾਉਂਦਾ ਚਿੱਤਰ ਉਲੀਕਣ ਦੀ ਬੇਨਤੀ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਈ। ਇਸ ਦੇ ਨਾਲ ਹੀ ਨੌਜਵਾਨ ਆਰਟਿਸਟ ਪਰਮਿੰਦਰ ਸਿੰਘ ਸਰੀ ਦੇ ਵੀ ਧੰਨਵਾਦੀ ਹਾਂ, ਜਿਸ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 15 ਫਰਵਰੀ 1915 ਦੀ ਸਵੇਰ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਲੁਧਿਆਣਾ ਦੇ ਨਾਲ ਲੱਗਵੇਂ ਪਿੰਡ ਗਿੱਲ ਤੋਂ ਢੁੰਡਾਰੀ ਖੁਰਦ ਨੂੰ ਜਾਂਦੇ ਕੱਚੇ ਰਸਤੇ ਉੱਪਰ ਹੋਈ ਥੋੜ੍ਹੀ ਚਿਰੀ ਮੁਲਾਕਾਤ ਦਾ ਕਾਲਪਨਿਕ ਚਿੱਤਰ ਕਿਤਾਬ ਲਈ ਉਚੇਚਾ ਤਿਆਰ ਕੀਤਾ ਹੈ। ਨੰਬਰ 1 ਮੂਲ ਮੁੱਦਾ ਜੀਵਨ ਲੇਖਣੀ ਬਾਰੇ ਨਜ਼ਰੀਆ। ਗਦਰ ਪਾਰਟੀ ਲਹਿਰ ਬਾਰੇ ਛਪੇ ਸਾਹਿਤ ਤੋਂ ਇਹ ਸੱਚਾਈ ਭਲੀ ਭਾਂਤ ਪ੍ਰਮਾਣਿਤ ਹੁੰਦੀ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਲਹਿਰ ਦਾ ਸ਼੍ਰੋਮਣੀ ਨਾਇਕ ਸੀ। ਉਹ ਲਹਿਰ ਦੀ ਸ਼ੋਭਾ ਸੀ, ਇਸ ਦੀ ਰੂਹੇ ਰਵਾ ਸੀ। ਉਹ ਲਸਾਨੀ ਗੁਣਾਂ ਦਾ ਮਾਲਿਕ ਸੀ। ਉਹ ਅਨੁਭਵੀ ਸੀ, ਪ੍ਰਤਿਭਾਸ਼ਾਲੀ ਸੀ, ਅਦੁੱਤੀ ਕਰਮਯੋਗੀ ਸੀ। ਅਜਿਹੇ ਬਹੁਗੁਣੀ ਸੰਗਰਾਮੀਏ ਦੇ ਜੀਵਨ ਕਾਰਨਾਮਿਆਂ ਨੂੰ ਇੱਕ ਰੇਖੀ ਦ੍ਰਿਸ਼ਟੀ ਨਾਲ ਨਹੀਂ ਸਮਝਿਆ ਜਾ ਸਕਦਾ। ਉਸ ਦੀ ਸ਼ਖਸੀਅਤ ਦਾ ਸਰਬੰਗੀ ਮਾਪ ਲੈਣ ਲਈ ਬਹੁ-ਰੇਖੀ ਦ੍ਰਿਸ਼ਟੀ ਦਰਕਾਰ ਹੈ। ਸੰਸਾਰ ਪ੍ਰਸਿੱਧ ਇਤਿਹਾਸ ਸ਼ਾਸਤਰੀ E.H. ਕਾਰ ਨੇ ਇਤਿਹਾਸਕਾਰਾਂ ਨੂੰ ਇਹ ਜ਼ਰੂਰੀ ਤਾਕੀਦ ਕੀਤੀ ਹੈ ਕਿ ਇਤਿਹਾਸ ਓਨਾ ਚਿਰ ਨਹੀਂ ਲਿਖਿਆ ਜਾ ਸਕਦਾ ਜਿੰਨਾ ਚਿਰ ਇਤਿਹਾਸਕਾਰ ਜਿਨ੍ਹਾਂ ਲੋਕਾਂ ਦਾ ਉਹ ਇਤਿਹਾਸ ਲਿਖਣਾ ਚਾਹੁੰਦਾ ਹੈ ਉਹਨਾਂ ਦੇ ਮਨਾਂ ਨਾਲ ਨਹੀਂ ਜੁੜ ਪਾਉਂਦਾ। ਇਹ ਗੱਲ ਵਿਅਕਤੀ ਵਿਸ਼ੇਸ਼ ਦਾ ਇਤਿਹਾਸ ਲਿਖਣ ਉੱਤੇ ਵੀ ਬਰਾਬਰ ਲਾਗੂ ਹੁੰਦੀ ਹੈ। ਇਸ ਕਰਕੇ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਲਿਖਣ ਵਾਸਤੇ ਉਸ ਦੇ ਮਨ ਨਾਲ ਜੁੜਨਾ, ਉਸ ਦੀ ਮਾਨਸਿਕਤਾ ਅਰਥਾਤ ਉਸ ਦੇ ਸੰਸਕਾਰਾਂ, ਵਲਵਲਿਆਂ ਅਤੇ ਅੰਤਰ ਪ੍ਰੇਰਨਾਵਾਂ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ। ਇਹ ਸੱਚਾਈ ਸਰਵ ਪ੍ਰਮਾਣਿਤ ਹੈ ਕਿ ਹਰੇਕ ਵਿਅਕਤੀ ਆਪਣੇ ਆਪ ਵਿੱਚ ਵਿਲੱਖਣ ਹੁੰਦਾ ਹੈ। ਉਸ ਦੇ ਕੁਝ ਗੁਣ ਲੱਛਣ ਜਮਾਂਦਰੂ ਹੁੰਦੇ ਹਨ। ਉਸ ਅੰਦਰ ਕੁਝ ਪ੍ਰਵਿਰਤੀਆਂ ਅਤੇ ਪ੍ਰੇਰਨਾਵਾਂ ਜਨਮ ਜਾਤ ਹੁੰਦੀਆਂ ਹਨ। ਇਹਨਾਂ ਦਾ ਭੇਦ ਕੋਈ ਨਹੀਂ ਪਾ ਸਕਿਆ। ਇਹ ਕੁਦਰਤ ਦੀ ਰਚਨਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਸੱਚਾਈ ਵੀ ਸਰਵ ਪ੍ਰਮਾਣਿਤ ਹੈ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ। ਉਹ ਖੁਦ ਮੁਖਤਿਆਰ ਨਹੀਂ। ਹਰੇਕ ਵਿਅਕਤੀ ਕਿਸੇ ਮਨੁੱਖੀ ਸਮੂਹ ਦਾ ਅੰਗ ਅਥਵਾ ਕਿਸੇ ਵਿਸ਼ੇਸ਼ ਜਾਤੀ, ਕਿਸੇ ਵਿਸ਼ੇਸ਼ ਧਾਰਮਿਕ, ਭਾਸ਼ਾਈ ਅਤੇ ਸੱਭਿਆਚਾਰਕ ਭਾਈਚਾਰੇ ਦਾ ਮੈਂਬਰ ਹੁੰਦਾ ਹੈ। ਹਰੇਕ ਮਨੁੱਖੀ ਸਮੂਹ ਦੀਆਂ ਕੁਝ ਸਾਂਝੀਆਂ ਮਾਨਤਾਵਾਂ ਹੁੰਦੀਆਂ ਹਨ, ਸਾਂਝੀਆਂ ਮਾਨਸਿਕ ਯਾਦਗਾਰਾਂ ਹੁੰਦੀਆਂ ਹਨ ਜੋ ਉਸ ਦੀ ਸਾਂਝੀ ਵਿਰਾਸਤ ਹੁੰਦੀ ਹੈ। ਇਹ ਵਿਰਾਸਤ ਉਹਨਾਂ ਨੂੰ ਉਹਨਾਂ ਦੇ ਇਤਿਹਾਸ ਨਾਲ ਜੋੜਦੀ ਹੈ, ਵਰਤਮਾਨ ਵਿੱਚ ਜੀਣ ਦਾ ਆਸਰਾ ਦਿੰਦੀ ਹੈ ਅਤੇ ਭਵਿੱਖ ਦੇ ਸੁਪਨੇ ਲੈਣ ਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਸਥਾਪਿਤ ਸੱਚ ਇਹ ਹੈ ਕਿ ਇਤਿਹਾਸ ਅੰਦਰ ਕਿਸੇ ਨਾਮਵਰ ਵਿਅਕਤੀ ਦੀ ਮਹੱਤਤਾ ਵਿਅਕਤੀ ਵਜੋਂ ਨਹੀਂ, ਵਰਤਾਰੇ ਦੇ ਨੁਮਾਇੰਦੇ ਵਜੋਂ ਹੁੰਦੀ ਹੈ।
ਜੇ ਉਹ ਵਰਤਾਰੇ ਦਾ ਨੁਮਾਇੰਦਾ ਨਹੀਂ ਤਾਂ ਇਤਿਹਾਸ ਅੰਦਰ ਉਸ ਨੂੰ ਕੋਈ ਵਿਸ਼ੇਸ਼ ਸਥਾਨ ਹਾਸਿਲ ਨਹੀਂ ਹੁੰਦਾ। ਇਸ ਕਰਕੇ ਇਹ ਵੇਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਤਿਹਾਸ ਅੰਦਰ ਜਿਨ੍ਹਾਂ ਸਮਾਜੀ ਤਾਕਤਾਂ ਦਾ ਪ੍ਰਗਟਾਓ ਜ਼ਹੂਰ ਸੀ, ਉਹ ਕਿੰਨੀਆਂ ਤਾਕਤਵਰ ਸਨ। ਇਸ ਦੇ ਵਾਸਤੇ ਉਸ ਸਮਾਜ ਦੀਆਂ ਅਤੇ ਉਸ ਇਤਿਹਾਸਿਕ ਦੌਰ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਨਾ ਜ਼ਰੂਰੀ ਅਤੇ ਅਹਿਮ ਹੋ ਜਾਂਦਾ ਹੈ। ਇਸ ਲੇਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਕਾਰਨਾਮਿਆਂ ਦਾ ਥਾਹ ਪਾਉਣ ਲਈ ਉਸ ਦੀ ਸ਼ਖਸੀ ਗੁਣ ਵਿਸ਼ੇਸ਼ਤਾ ਦੇ ਨਾਲੋਂ ਨਾਲ ਸਿੱਖ ਕੌਮ ਦੀ ਗੁਣ ਵਿਸ਼ੇਸ਼ਤਾ ਅਤੇ ਵਿਲੱਖਣਤਾ ਅਤੇ ਸਮਕਾਲੀ ਦੌਰ ਦੇ ਸਮਾਜੀ ਰਾਜਸੀ ਰੁਝਾਨਾਂ ਅਤੇ ਸ਼ਕਤੀਆਂ ਦਾ ਜੁੜਵਾਂ ਅਧਿਐਨ ਅਤੇ ਛਾਣਬੀਣ ਕਰਨੀ ਜ਼ਰੂਰੀ ਹੈ। ਮਨ ਦਾ ਰਹੱਸ। ਡਾਕਟਰ ਜਸਵੰਤ ਸਿੰਘ ਨੇਕੀ ਨੇ ਮਨੁੱਖ ਮਨ ਦੇ ਰਹੱਸ ਨੂੰ ਸਮਝਣ ਲਈ ਕੁਝ ਅੰਤਰਦ੍ਰਿਸ਼ਟੀਆਂ ਦਿੱਤੀਆਂ ਹਨ। ਇਸ ਪਰਥਾਏ ਉਹਨਾਂ ਦੀ ਕੁੱਲ ਤੋਂ ਪਹਿਲੀ ਅਤੇ ਜ਼ਰੂਰੀ ਨਸੀਹਤ ਇਹ ਹੈ ਕਿ ਤਰਕ ਮਨੁੱਖੀ ਮਨ ਦੇ ਰਹੱਸ ਦੀ ਕੁੰਜੀ ਨਹੀਂ ਅਤੇ ਸਾਡਾ ਵਿਹਾਰ ਹਮੇਸ਼ਾ ਤਰਕ ਦੇ ਆਖੇ ਵਿੱਚ ਨਹੀਂ ਰਹਿੰਦਾ। ਡਾਕਟਰ ਨੇਕੀ ਨੇ ਮਨ ਦਾ ਰਹੱਸ ਉਜਾਗਰ ਕਰਦਿਆਂ ਦਰਸਾਇਆ ਹੈ ਕਿ ਸਾਡਾ ਮਨ ਕੇਵਲ ਉਤਨਾ ਕੁਝ ਹੀ ਨਹੀਂ ਜਿਤਨਾ ਸਾਨੂੰ ਆਪਣੇ ਅੰਦਰ ਝਾਤੀ ਮਾਰਿਆਂ ਦਿਸਦਾ ਹੈ। ਸਾਡੀ ਚੇਤਨਾ ਵਿੱਚ ਵਸਦੇ ਵਿਚਾਰ, ਅਨੁਭਵਾਂ, ਭਾਵਨਾਵਾਂ, ਸਿਮਰਤੀਆਂ, ਇਰਾਦਿਆਂ, ਪ੍ਰੇਰਨਾਵਾਂ ਅਤੇ ਰੁਚੀਆਂ ਤੋਂ ਪਰੇ ਵੀ ਬੜਾ ਕੁਝ ਬਾਕੀ ਬਚਦਾ ਹੈ। ਚੇਤਨਾ ਤੋਂ ਪਰੇ ਵੀ ਮਨ ਦੀ ਇੱਕ ਹੋਰ ਵਿਸ਼ਾਲ ਸਰਜ਼ਮੀਨ ਹੈ, ਜਿੱਥੋਂ ਸੁਪਨੇ ਜਨਮ ਲੈਂਦੇ ਹਨ ਅਤੇ ਜਿੱਥੇ ਹਾਰੀਆਂ ਟੁੱਟੀਆਂ ਇੱਛਾਵਾਂ ਜਾ ਕੇ ਸੌਂ ਜਾਂਦੀਆਂ ਹਨ। ਮਨ ਦਾ ਇਹ ਹਨੇਰਾ ਜਗਤ ਅਚੇਤਨ ਹੈ। ਮਨੋਵਿਗਿਆਨ ਦੇ ਮੋਢੀ ਡਾਕਟਰ ਸਿੰਗਮੰਡ ਫਰਾਇਡ ਨੇ ਮਨ ਬਾਰੇ ਬਣੀਆਂ ਪੁਰਾਣੀਆਂ ਮਨੌਤਾਂ ਦੀਆਂ ਸੀਮਤਾਈਆਂ ਉਜਾਗਰ ਕਰਦਿਆਂ ਮਨੋਵਿਗਿਆਨੀਆਂ ਨੂੰ ਖਬਰਦਾਰ ਕੀਤਾ ਸੀ ਕਿ ਜਦੋਂ ਤੀਕਰ ਅਸੀਂ ਮਨ ਨੂੰ ਕੇਵਲ ਚੇਤਨ ਹੀ ਸਮਝਦੇ ਰਹਾਂਗੇ, ਸਾਨੂੰ ਮਾਨਸਿਕ ਵਿਹਾਰ ਦੀ ਸਹੀ ਅਤੇ ਮੁਕੰਮਲ ਸੋਝੀ ਨਹੀਂ ਹੋ ਸਕਦੀ। ਡਾਕਟਰ ਨੇਕੀ ਨੇ ਸਾਡੇ ਮਨ ਦੀਆਂ ਦੋ ਅਵਸਥਾਵਾਂ, ਚੇਤਨ ਅਤੇ ਅਚੇਤਨ, ਚੋਂ ਅਚੇਤਨ ਦੀ ਮਹੱਤਤਾ ਇਹਨਾਂ ਲਫ਼ਜ਼ਾਂ ਵਿੱਚ ਦਰਸਾਈ ਹੈ। ਦਰਅਸਲ ਅਚੇਤਨ ਹੀ ਮਾਨਸਿਕ ਜੀਵਨ ਦਾ ਮੂਲ ਧਾਰ ਹੈ। ਚੇਤਨ ਤਾਂ ਸਾਡੇ ਮਨ ਦਾ ਇੱਕ ਅਤੀ ਨਿੱਕਾ ਭਾਗ ਹੈ। ਮਨ ਦਾ ਵੱਡਾ ਭਾਗ ਤਾਂ ਅਚੇਤਨ ਹੈ। ਜਿਵੇਂ ਪਾਣੀ ਵਿੱਚ ਪਏ ਬਰਫ਼ ਦੇ ਡਲੇ ਦਾ ਕੇਵਲ 10ਵਾਂ ਹਿੱਸਾ ਹੀ ਸਾਨੂੰ ਪਾਣੀ ਤੋਂ ਬਾਹਰ ਦਿਸਦਾ ਹੈ, ਉਵੇਂ ਹੀ ਮਨ ਦਾ 10ਵਾਂ ਹਿੱਸਾ ਜਾਂ ਇਸ ਤੋਂ ਵੀ ਘੱਟ ਚੇਤਨ ਹੁੰਦਾ ਹੈ। ਇਸ ਦੀ ਬਾਕੀ ਰਹਿੰਦੀ 9 ਹਿੱਸੇ ਸਮੱਗਰੀ ਅਚੇਤਨ ਹੀ ਹੁੰਦੀ ਹੈ। ਡਾਕਟਰ ਨੇਕੀ ਦੇ ਵਿਚਾਰ ਵਿੱਚ ਅਚੇਤਨ ਸਾਡੇ ਮਨ ਦਾ ਇੱਕ ਸ਼ਕਤੀਸ਼ਾਲੀ, ਕਿਰਿਆਸ਼ੀਲ ਅਤੇ ਮਹੱਤਵਪੂਰਨ ਭਾਗ ਹੈ। ਅਚੇਤਨ ਹੀ ਮਨੁੱਖੀ ਮਾਨਸਿਕ ਸ਼ਕਤੀ ਦਾ ਮੂਲ ਸੋਮਾ ਹੈ। ਬੜੀ ਵਾਰ ਅਚੇਤਨ ਰੁਝਾਨ ਹੀ ਸਾਡੇ ਵਿਹਾਰ ਦਾ ਮੂਲ ਸਰੋਤ ਬਣਦੇ ਹਨ। ਇਹ ਸਾਰਾ ਕੁਝ ਕਰਦੇ ਹੋਏ ਵੀ ਅਸੀਂ ਇਹਨਾਂ ਵੱਲੋਂ ਅਚੇਤ ਰਹਿ ਸਕਦੇ ਹਾਂ। ਉਹਨਾਂ ਨੇ ਹੋਰ ਸਪਸ਼ਟ ਕਰਦਿਆਂ ਕਿਹਾ, ਅਚੇਤਨ ਨੂੰ ਕਿਸੇ ਨੇ ਨਹੀਂ ਵੇਖਿਆ, ਉਵੇਂ ਜਿਵੇਂ ਪਰਮਾਣੂ ਨੂੰ ਕਿਸੇ ਨਹੀਂ ਵੇਖਿਆ, ਪਰ ਅਚੇਤਨ ਦੀ ਹੋਂਦ ਵੀ ਉਤਨੀ ਹੀ ਸਾਰਥਿਕ ਜਾਪਦੀ ਹੈ ਜਿਤਨੀ ਪਰਮਾਣੂ ਦੀ, ਅਤੇ ਸ਼ਾਇਦ ਇਸ ਦੀ ਸ਼ਕਤੀ ਵੀ ਪਰਮਾਣੂ ਦੇ ਮੁਕਾਬਲੇ ਦੀ ਹੋਵੇ। ਖੇਤਰ ਭਾਵੇਂ ਦੋਹਾਂ ਦੇ ਵੱਖੋ ਵੱਖਰੇ ਹਨ। ਡਾਕਟਰ ਨੇਕੀ ਨੇ ਮਨੋਵਿਗਿਆਨ ਦੀਆਂ ਦੋ ਮੋਢੀ ਹਸਤੀਆਂ ਡਾਕਟਰ ਫਰਾਇਡ ਅਤੇ ਡਾਕਟਰ ਯੁੰਗ ਦੇ ਹਵਾਲੇ ਦਾ ਅਚੇਤਨ ਦੇ ਸਿਧਾਂਤ ਦੀ ਵਿਆਖਿਆ ਕਰਦਿਆਂ ਕਿਹਾ, ਅਚੇਤਨ ਦੇ ਫਰਾਇਡ ਸਿਧਾਂਤ ਦਾ ਅੱਗੇ ਵਿਕਾਸ ਡਾਕਟਰ ਕਾਰਲ ਗੁਸਾਵ ਯੁੰਗ ਨੇ ਕੀਤਾ। ਡਾਕਟਰ ਯੁੰਗ ਵੀ ਫਰਾਇਡ ਵਾਂਗ ਮਨ ਦੇ ਦੋ ਪੱਧਰ, ਚੇਤਨ ਅਤੇ ਅਚੇਤਨ ਹੀ ਮੰਨਦਾ ਹੈ, ਪਰ ਉਸ ਦੇ ਸੰਕਲਪੇ ਅਚੇਤਨ ਦੀ ਰੂਪ ਰੇਖਾ ਫਰਾਇਡ ਦੀ ਮਿਥੀ ਰੂਪ ਰੇਖਾ ਤੋਂ ਅੱਡਰੀ ਹੈ। ਫਰਾਇਡ ਅਨੁਸਾਰ ਅਚੇਤਨ ਦੀ ਸਾਰੀ ਸਮੱਗਰੀ ਵਿਅਕਤੀਗਤ ਜੀਵਨ ਵਿੱਚੋਂ ਆਉਂਦੀ ਹੈ। ਇਹ ਮੂਲ ਪ੍ਰਵਿਰਤੀ ਅਤੇ ਦਮਿਤ ਮਨੋ ਕਿਰਿਆਵਾਂ ਦਾ ਜੁਟ ਹੈ। ਯੁੰਗ ਦਾ ਵਿਚਾਰ ਇਸ ਤੋਂ ਵੱਖਰਾ ਹੈ। ਉਸ ਅਨੁਸਾਰ
ਅਚੇਤਨ ਕੇਵਲ ਵਿਅਕਤੀਗਤ ਹੀ ਨਹੀਂ, ਜਾਤੀ ਜਾਂ ਸਮੂਹਿਕ ਵੀ ਹੁੰਦਾ ਹੈ। ਸਮੂਹਿਕ ਅਚੇਤਨ ਵਿੱਚ ਮਨੁੱਖੀ ਪਰੰਪਰਾ ਦੇ ਸਾਰੇ ਸੰਸਕਾਰ ਲੁਕੇ ਪਏ ਹੁੰਦੇ ਹਨ। ਯੁੰਗ ਦੇ ਆਪਣੇ ਸ਼ਬਦਾਂ ਵਿੱਚ ਉਸ ਸਾਰੀ ਮਾਨਸਿਕ ਸਮੱਗਰੀ ਨੂੰ ਮੈਂ ਸਮੂਹਿਕ ਕਹਿੰਦਾ ਹਾਂ, ਜੋ ਕਿਸੇ ਇੱਕ ਇਕੱਲੇ ਵਿਅਕਤੀ ਨਾਲ ਸੰਬੰਧਿਤ ਨਹੀਂ ਹੁੰਦੀ, ਸਗੋਂ ਜਿਸ ਦਾ ਸੰਬੰਧ ਇੱਕੋ ਵੇਲੇ ਅਨੇਕਾਂ ਵਿਅਕਤੀਆਂ ਅਥਵਾ ਪੂਰੇ ਸਮਾਜ ਜਾਂ ਕੌਮ ਜਾਂ ਸਮੁੱਚੀ ਮਾਨਵਤਾ ਨਾਲ ਹੁੰਦਾ ਹੈ। ਇਹ ਸਮੱਗਰੀ ਰਹੱਸਾਤਮਕ ਸਮੂਹਿਕ ਵਿਚਾਰਾਂ ਦੀ ਸਮੱਗਰੀ ਹੈ। ਨਿੱਜੀ ਅਚੇਤਨ ਵਿੱਚ ਵਿਅਕਤੀਗਤ ਹੋਂਦ ਦੀਆਂ ਵਿਸਰੀਆਂ ਦਮਿਤ ਹੋਈਆਂ ਨੀਮ ਪ੍ਰਤੱਖ ਸਮ੍ਰਿਤੀਆਂ, ਭਾਵਨਾਵਾਂ ਅਤੇ ਵਿਚਾਰ ਪਏ ਹੁੰਦੇ ਹਨ। ਪਰ ਇਸ ਨਿੱਜੀ ਸਮੱਗਰੀ ਤੋਂ ਇਲਾਵਾ ਉੱਥੇ ਸਮੂਹਿਕ ਸਮੱਗਰੀ ਵੀ ਹੁੰਦੀ ਹੈ, ਜੋ ਸਾਨੂੰ ਵਿਰਸੇ ਵਿੱਚ ਮਿਲਦੀ ਹੈ ਅਤੇ ਇੱਕ ਸਾਂਝੀ ਮਾਨਸਿਕਤਾ ਦਾ ਆਧਾਰ ਬਣਦੀ ਹੈ। ਡਾਕਟਰ ਨੇਕੀ ਨੇ ਵਿਅਕਤੀਗਤ ਤੋਂ ਇਲਾਵਾ ਜਨ ਸਮੂਹ ਦੀ ਮਾਨਸਿਕਤਾ ਨੂੰ ਸਮਝਣ ਦੀ ਕੁੰਜੀ ਦੀ ਦੱਸ ਵੀ ਪਾਈ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਕਿਸੇ ਜਨ ਸਮੂਹ ਵਿੱਚ ਮਾਨਸਿਕ ਜੀਵਨ ਦੇ ਦੋ ਪੱਧਰ ਹੁੰਦੇ ਹਨ, ਸਮੂਹਿਕ ਚੇਤਨ ਅਤੇ ਸਮੂਹਿਕ ਅਚੇਤਨ। ਸਮੂਹਿਕ ਚੇਤਨ ਉਸ ਦੀ ਸੱਭਿਆਚਾਰਕ ਨਿਯਮਾਵਲੀ ਹੁੰਦੀ ਹੈ। ਸਮੂਹਿਕ ਅਚੇਤਨ ਉਸ ਦੇ ਜੀਵਨ ਦੀ ਉਹ ਉਪਭੂਮੀ ਜਿਸ ਵਿੱਚੋਂ ਉੱਠਦੀਆਂ ਵਿਕਾਸ ਅਤੇ ਕ੍ਰਾਂਤੀ ਦੀਆਂ ਧੜਕਣਾਂ ਉਸ ਨੂੰ ਸਿਥਲ ਹੋਣ ਤੋਂ ਬਚਾਉਂਦੀਆਂ ਹਨ। ਸਮੂਹਿਕ ਅਚੇਤਨ ਅੰਦਰ ਸਾਡੀਆਂ ਪਰੰਪਰਾਗਤ ਪ੍ਰਵਿਰਤੀਆਂ ਅਤੇ ਜਨਮਜਾਤ ਪ੍ਰੇਰਨਾਵਾਂ ਰਿਹਾਇਸ਼ ਰੱਖਦੀਆਂ ਹਨ। ਡਾਕਟਰ ਨੇਕੀ ਅਨੁਸਾਰ ਚੇਤਨ ਸਾਡੇ ਧਿਆਨ ਦਾ ਗਿਆਨ ਇੰਦਰ ਜਿਹਾ ਹੈ, ਜਿਸ ਦੁਆਰਾ ਅਸੀਂ ਉਹਨਾਂ ਉਤੇਜਨਾਵਾਂ ਤੋਂ ਜਾਣੂ ਹੁੰਦੇ ਹਾਂ ਜੋ ਬਾਹਰਲੇ ਸੰਸਾਰ ਤੋਂ ਸਾਨੂੰ ਆ ਕੇ ਪਾਉਂਦੀਆਂ ਹਨ, ਜਾਂ ਉਹਨਾਂ ਇਰਾਦਿਆਂ ਅਤੇ ਯਾਦਾਂ ਵੱਲੋਂ ਸੋਝੀਵਾਨ ਹੁੰਦੇ ਹਾਂ ਜੋ ਸਾਡੇ ਮਸਤਕ ਵਿੱਚ ਜਾਗਦੀਆਂ ਹਨ। ਇਉਂ ਚੇਤਨ ਉਹਨਾਂ ਵਿਚਾਰਾਂ, ਭਾਵਨਾਵਾਂ, ਸੰਵੇਦਨਾਵਾਂ ਅਤੇ ਸਮ੍ਰਿਤੀਆਂ ਦਾ ਸਮੁੱਚ ਹੈ ਜਿਨ੍ਹਾਂ ਬਾਰੇ ਸਾਨੂੰ ਸੋਝੀ ਹੁੰਦੀ ਹੈ। ਤਤਕਾਲੀ ਵਿਚਾਰ ਅਤੇ ਭੂਤਕਾਲੀ ਸਮ੍ਰਿਤੀਆਂ ਇਸੇ ਵਿੱਚ ਵਿਚਰਦੀਆਂ ਹਨ। ਅਚੇਤ ਵਿੱਚ ਸਾਡੀਆਂ ਮੂਲ ਪ੍ਰਵਿਰਤੀਆਂ ਅਤੇ ਦਮਿਤ ਇੱਛਾਵਾਂ ਅਤੇ ਯਾਦਾਂ ਵਿਚਰਦੀਆਂ ਹਨ। ਡਾਕਟਰ ਨੇਕੀ ਨੇ ਫਰਾਇਡ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਮਨੁੱਖੀ ਸ਼ਖਸੀਅਤ ਦੇ ਇੱਕ ਅਤਿ ਅਹਿਮ ਭਾਗ, ਜਿਸ ਨੂੰ ਉਸ ਨੇ ਪ੍ਰਾਹੋ ਭਾਵ ਸੁਪਰ ਈਗੋ ਕਿਹਾ ਹੈ, ਦੀ ਭਰਪੂਰ ਵਿਆਖਿਆ ਕੀਤੀ ਹੈ, ਜਿਸ ਮੁਤਾਬਿਕ ਪ੍ਰਹਾਉ ਸਾਡੇ ਮਨ ਦਾ ਨੈਤਿਕ ਜਾਂ ਸਦਾਚਾਰਕ ਅੰਗ ਹੈ। ਇਹ ਭਲੇ ਅਤੇ ਬੁਰੇ ਦੀ ਤਮੀਜ਼ ਪਛਾਣਦਾ ਹੈ। ਮਾਪਿਆਂ ਵੱਲੋਂ ਮਿਲਦੀ ਸਿੱਖਿਆ ਦੇ ਪ੍ਰਭਾਵ ਹੇਠ ਇਹ ਹਊ ਵਿੱਚੋਂ ਨਿਖੜਨਾ ਸ਼ੁਰੂ ਕਰਦਾ ਹੈ। ਹੌਲੀ ਹੌਲੀ ਮਾਪਿਆਂ ਵੱਲੋਂ ਮਿਲੀ ਸਦਾਚਾਰਕ ਨਿਯਮਾਵਲੀ ਬੱਚਿਆਂ ਦੇ ਆਪਣੇ ਅੰਦਰੋਂ ਬੋਲਣ ਲੱਗਦੀ ਹੈ। ਇਉਂ ਬੱਚੇ ਦੀ ਆਪਣੀ ਨਿਯਮਾਵਲੀ ਸਥਾਪਿਤ ਹੋਣ ਲੱਗਦੀ ਹੈ। ਮਨੁੱਖ ਦਾ ਬੱਚਾ ਇਤਨੇ ਲੰਮੇ ਸਮੇਂ ਲਈ ਮਾਪਿਆਂ ਉੱਪਰ ਨਿਰਭਰ ਕਰਦਾ ਹੋਇਆ ਰਹਿੰਦਾ ਹੈ, ਪਰ ਪ੍ਰਹਾਉ ਦੀ ਸੰਰਚਨਾ ਆਵਸ਼ਕ ਹੋ ਜਾਂਦੀ ਹੈ। ਇਸ ਵਿਧੀ ਨਾਲ ਹੋਂਦ ਵਿੱਚ ਆਈ ਅਤੇ ਵਿਗਸੀ ਪ੍ਰਹਾਉ ਮਾਨਵੀ ਆਦਰਸ਼ਾਂ, ਸਦਾਚਾਰਕ ਕੀਮਤਾਂ, ਰਹਿਤ ਮਰਿਆਦਾ, ਉਚੇਚੇ ਮਨੋਭਾਵਾਂ ਅਤੇ ਆਤਮ ਪੜਚੋਲ ਦਾ ਸੋਮਾ ਬਣਦੀ ਹੈ। ਇਸ ਦੀ ਕਿਰਿਆ ਵਧੇਰੇ ਕਰਕੇ ਅਚੇਤਨ ਹੁੰਦੀ ਹੈ, ਪਰ ਜਦੋਂ ਸਾਨੂੰ ਇਸ ਦਾ ਚੇਤਨ ਆਭਾਸ ਹੁੰਦਾ ਹੈ, ਉਸ ਅਵਸਥਾ ਨੂੰ ਜ਼ਮੀਰ ਕਿਹਾ ਜਾਂਦਾ ਹੈ। ਪ੍ਰਾਹੋ ਮਨੁੱਖੀ ਸ਼ਖਸੀਅਤ ਵਿੱਚ ਉਹਨਾਂ ਪਿਤਾ ਪੁਰਖੀ ਕਦਰਾਂ, ਸਮਾਜਿਕ ਆਦਰਸ਼ਾਂ ਅਤੇ ਸੱਭਿਆਚਾਰਕ ਕੀਮਤਾਂ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਮਾਪਿਆਂ ਵੱਲੋਂ ਬੱਚਿਆਂ ਨੂੰ ਵਿਰਸੇ ਵਿੱਚ ਮਿਲਦੀਆਂ ਹਨ। ਇਸ ਨਾਤੇ ਬੱਚੇ ਦੀ ਪ੍ਰਹਾਉ ਮਾਪਿਆਂ ਵੱਲੋਂ ਦਰਸਾਏ ਗਏ ਆਦਰਸ਼ਾਂ ਅਨੁਸਾਰ ਢਲਦੀ ਹੈ। ਮਾਪਿਆਂ ਤੋਂ ਛੁੱਟ ਹੋਰ ਵਿਅਕਤੀਆਂ ਅਤੇ ਸਮਾਜਿਕ ਸੰਸਥਾਵਾਂ ਦਾ ਵੀ ਪ੍ਰਹਾਉ ਦੇ ਵਿਕਾਸ ਵਿੱਚ ਹੱਥ ਹੁੰਦਾ ਹੈ। ਅਧਿਆਪਕ, ਉਪਦੇਸ਼ਕ, ਗੁਰੂ, ਮੁਨਸਫ, ਕੋਤਵਾਲ ਅਤੇ ਹਰ ਉਹ ਵਿਅਕਤੀ ਜੋ ਬੱਚੇ ਉੱਪਰ ਅਧਿਕਾਰ ਰੱਖਦਾ ਹੈ, ਉਸ ਦੀ ਪ੍ਰਹਾਉ ਨੂੰ ਘੜਨ ਵਿੱਚ ਹਿੱਸਾ ਪਾਉਂਦਾ ਹੈ, ਪਰ ਮੁੱਢ ਸਦਾ ਮਾਪੇ ਹੀ ਬਣਦੇ ਹਨ।
ਉਪਰੋਕਤ ਸਾਰੀ ਚਰਚਾ ਦਾ ਸਾਰ ਇਹ ਹੈ ਕਿ ਹਰੇਕ ਮਨੁੱਖੀ ਸਮੂਹ ਅਥਵਾ ਹਰੇਕ ਜਾਤੀ ਜਾਂ ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰੇ ਦੀ ਸਾਂਝੀ ਮਾਨਸਿਕਤਾ ਹੁੰਦੀ ਹੈ ਅਤੇ ਇਸ ਸਾਂਝੀ ਮਾਨਸਿਕਤਾ ਦੀ ਪਛਾਣ ਕੀਤੇ ਬਗੈਰ ਇਸ ਸਮੂਹ ਦੇ ਕਿਸੇ ਮੈਂਬਰ ਜਾਂ ਵਿਅਕਤੀ ਦੀ ਮਾਨਸਿਕਤਾ ਨੂੰ, ਉਸ ਦੀ ਸ਼ਖਸੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਨੂੰ ਸਮਝ ਸਕਣਾ ਅਤੇ ਇਤਿਹਾਸ ਅੰਦਰ ਉਸ ਦੇ ਰੋਲ ਦਾ ਹਕੀਕੀ ਮੁਲਾਂਕਣ ਕਰ ਸਕਣਾ ਸੰਭਵ ਨਹੀਂ ਹੈ। ਹਰਿੰਦਰ ਸਿੰਘ ਮਹਿਬੂਬ ਨੇ ਇਤਿਹਾਸ ਲਿਖਣੀ ਵਿੱਚ ਮਨੋਵਿਗਿਆਨਿਕ ਪੱਖ ਦੀ ਮਹੱਤਤਾ ਇਸ ਤਰ੍ਹਾਂ ਦਰਸਾਈ ਹੈ। ਮਨੁੱਖੀ ਮਨ ਦੇ ਕਾਇਦੇ ਕਾਨੂੰਨ ਅਤੇ ਕੁਦਰਤੀ ਚਾਲ ਜਾਣੇ ਬਿਨਾਂ ਇਤਿਹਾਸਕਾਰ ਬਾਹਰਲੇ ਸਬੂਤਾਂ ਦੀ ਠੀਕ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਮਨੋਜਗਤ ਦੇ ਸ਼ੁੱਧ ਦਰਸ਼ਨ ਬਿਨਾਂ ਕਿਸੇ ਵਿਅਕਤੀ ਦਾ ਇਤਿਹਾਸਿਕ ਅਮਲ ਸਹੀ ਚਾਨਣ ਵਿੱਚ ਦਿਸਣਾ ਅਸੰਭਵ ਹੈ। ਸੋ ਮਨੋਜਗਤ ਦੀ ਸੂਝ ਵੀ ਇਤਿਹਾਸਕਾਰ ਲਈ ਇੱਕ ਤੱਥ ਬਲਕਿ ਇੱਕ ਸੂਖਮ ਤੱਥ ਹੀ ਹੋਣਾ ਚਾਹੀਦਾ ਹੈ। ਈਐਚਕਾਰ ਨੇ ਵੀ ਇੱਕ ਜਗ੍ਹਾ ਇਤਿਹਾਸ ਨੂੰ ਸਮਝਣ ਲਈ ਅਚੇਤਨ ਮਨ ਦੀ ਮਹੱਤਤਾ ਦਰਸਾਉਂਦਿਆਂ ਲਿਖਿਆ ਹੈ ਕਿ ਇਤਿਹਾਸਕਾਰ ਨੇ ਸਿਰਫ ਇਹ ਨਹੀਂ ਦੇਖਣਾ ਹੁੰਦਾ ਕਿ ਉਸਦੇ ਪਾਤਰ ਆਪਣੇ ਉਦੇਸ਼ਾਂ ਬਾਰੇ ਕਿੰਨੇ ਕੁ ਚੇਤਨ ਸਨ, ਉਸ ਨੇ ਉਸ ਦੇ ਅਵਚੇਤਨ ਅੰਦਰ ਵੀ ਝਾਤੀ ਮਾਰਨੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਅਮਲ ਸਿਰਫ ਚੇਤਨ ਮਨ 'ਚੋਂ ਨਹੀਂ ਨਿਕਲੇ ਹੁੰਦੇ। ਅਵਚੇਤਨ ਦਾ ਰੋਲ ਵੀ ਬਹੁਤ ਅਹਿਮ ਹੁੰਦਾ ਹੈ। ਉਹਨਾਂ ਦੇ ਅਵਚੇਤਨ ਨੂੰ ਸਮਝਣਾ ਵੀ ਜ਼ਰੂਰੀ ਹੈ। ਸਾਰਾ ਕੁਝ ਚੇਤਨ ਪੱਧਰ 'ਤੇ ਨਹੀਂ ਵਾਪਰਦਾ, ਬਹੁਤ ਕੁਝ ਅਵਚੇਤਨ ਪੱਧਰ 'ਤੇ ਵੀ ਵਾਪਰਦਾ ਹੈ। ਇਤਿਹਾਸ ਅੰਦਰ ਵਾਪਰੇ ਕਿਸੇ ਕਰਮ ਵਿੱਚ ਵਿਅਕਤੀਗਤ ਪਾਤਰ ਦੇ ਚੇਤਨ ਵਿਚਾਰ ਜਾਂ ਇਰਾਦੇ ਗੈਰ ਪ੍ਰਸੰਗਿਕ ਹੋ ਸਕਦੇ ਹਨ। ਪੱਛਮ ਦੀ ਗਿਆਨਵਾਦੀ ਲਹਿਰ ਦੇ ਪ੍ਰਭਾਵ ਹੇਠ ਤਰਕਸ਼ੀਲਤਾ ਦੀ ਪੂਜਾ ਕਰਨ ਦੀ ਸਿਧਾਂਤਕ ਕਰੂਚੀ ਜ਼ੋਰਾਵਰ ਹੋਈ। ਨਤੀਜੇ ਵਜੋਂ ਇਤਿਹਾਸ ਲਿਖਣ ਵੇਲੇ ਮਾਨਸਿਕਤਾ ਦੀ ਤੁਲਨਾ ਵਿੱਚ ਵਿਚਾਰਧਾਰਾ ਨੂੰ ਨਿਰਣਾਇਕ ਮੰਨ ਲੈਣ ਦੀ ਰੀਤ ਸਥਾਪਿਤ ਹੋ ਗਈ। ਇਹ ਕਿਹਾ ਤੇ ਸਮਝਿਆ ਜਾਣ ਲੱਗ ਪਿਆ ਕਿ ਸਾਰਾ ਇਤਿਹਾਸ ਅਸਲ ਵਿੱਚ ਵਿਚਾਰਧਾਰਾ ਦਾ ਇਤਿਹਾਸ ਹੀ ਹੁੰਦਾ ਹੈ। ਪ੍ਰਬੁੱਧ ਕਾਲਮਨਵੀਸ ਸ਼ਾਮ ਲਾਲ ਨੇ ਮਾਈਕਲ ਵੋਵਲ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਚਰਚਿਤ ਕਿਤਾਬ ਮੈਂਟੈਲਿਟੀਜ਼ ਐਂਡ ਆਈਡੀਓਲੋਜੀਜ਼ ਦਾ ਰਿਵਿਊ ਕਰਦੇ ਹੋਏ ਤਾਜ਼ਾ ਦੌਰ ਅੰਦਰ ਇਤਿਹਾਸ ਲੇਖਣੀ ਵਿੱਚ ਵਿਚਾਰਧਾਰਾ ਨਾਲੋਂ ਮਾਨਸਿਕਤਾ ਉੱਤੇ ਜ਼ੋਰ ਦੇਣ ਦੇ ਰੁਝਾਨ ਦੀ ਪੁਸ਼ਟੀ ਅਤੇ ਨਾਲ ਹੀ ਪ੍ਰੋੜਤਾ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਜ਼ਿੰਦਗੀ ਅਤੇ ਮੌਤ ਪ੍ਰਤੀ ਵਰਤਾਰਿਆਂ ਨੂੰ ਡੂੰਘਾਈ ਵਿੱਚ ਜਾ ਕੇ ਸਮਝਣ, ਭਾਵ ਜ਼ਿੰਦਗੀ ਦੇ ਡੂੰਘੇ ਵਗ ਰਹੇ ਵਹਿਣਾਂ ਦੀ ਟੋਹ ਲਾਉਣ ਲਈ ਅਤੇ ਇਹ ਜਾਣਨ ਲਈ ਕਿ ਦੁੱਖ ਅੰਦਰ ਮਨੁੱਖ ਨੂੰ ਕਿਹੜੀਆਂ ਗੱਲਾਂ ਧਰਵਾਸ ਦਿੰਦੀਆਂ ਹਨ ਅਤੇ ਰਵਾਇਤਾਂ ਦੇ ਪੂਰਨ ਤੌਰ 'ਤੇ ਭੰਗ ਹੋ ਜਾਣ ਅਤੇ ਅਤੀਤ ਨਾਲੋਂ ਵਿਜੋਗੇ ਜਾਣ ਨਾਲ ਮਨੁੱਖ ਦੇ ਮਨ ਅੰਦਰ ਜਿਹੜਾ ਦਹਿਲ ਪੈਦਾ ਹੁੰਦਾ ਹੈ, ਉਸ ਤੋਂ ਕਿਹੜੀਆਂ ਗੱਲਾਂ ਮੁਕਤੀ ਦਿਵਾਉਂਦੀਆਂ ਹਨ। ਇਹਨਾਂ ਬਾਰੇ ਠੀਕ ਅਨੁਮਾਨ ਲਾਉਣ ਵਾਸਤੇ ਵਿਚਾਰਧਾਰਾ ਨਾਲੋਂ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ। ਪਰੰਤੂ ਪੱਛਮ ਦੀ ਗਿਆਨਵਾਦੀ ਲਹਿਰ ਦੇ ਪ੍ਰਭਾਵ ਹੇਠ ਇਤਿਹਾਸ ਬਾਰੇ ਨੁਕਸਾਨਦਾਰ ਨਜ਼ਰੀਆ ਵਿਕਸਿਤ ਹੋ ਗਿਆ ਹੈ, ਜਿਸ ਨੇ ਇਤਿਹਾਸਕਾਰੀ ਉੱਤੇ ਨਾਮੁਖੀ ਅਸਰ ਪਾਇਆ ਹੈ। ਇਸ ਦਾ ਪਰਛਾਵਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਗਈਆਂ ਜ਼ਿਆਦਾਤਰ ਲਿਖਤਾਂ ਉੱਤੇ ਵੀ ਪਿਆ ਹੈ। ਲਗਭਗ ਸਾਰੇ ਹੀ ਜੀਵਨੀਕਾਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਮਨ ਦੇ ਕੇਵਲ ਚੇਤਨ ਹਿੱਸੇ, ਉਸ ਦੇ ਰਾਜਸੀ ਵਿਚਾਰਾਂ, ਆਦਰਸ਼ਾਂ ਅਤੇ ਅਮਲੀ ਯੋਗਤਾਵਾਂ ਉੱਤੇ ਹੀ ਧਿਆਨ ਕੇਂਦਰਿਤ ਕੀਤਾ ਹੈ। ਉਹਨਾਂ ਨੇ ਉਸ ਦੇ ਮਨ ਦੇ ਸੂਖਮ ਹਿੱਸੇ, ਮਨ ਦੀ ਉਹ ਵਿਸ਼ਾਲ ਸਰਜ਼ਮੀਨ ਜਿੱਥੋਂ ਸੁਪਨੇ ਜਨਮ ਲੈਂਦੇ ਹਨ, ਭਾਵ ਉਸ ਦੇ ਮਨ ਦੇ ਅਚੇਤਨ ਭਾਗ ਨੂੰ, ਉਸ ਦੇ ਸੰਸਕਾਰਾਂ, ਪਰੰਪਰਾਗਤ ਪ੍ਰਵਿਰਤੀਆਂ ਅਤੇ ਜਨਮਜਾਤ ਪ੍ਰੇਰਨਾਵਾਂ ਨੂੰ ਸਮਝਣ ਵਿੱਚ ਕੋਈ ਰੁਚੀ ਨਹੀਂ ਪ੍ਰਗਟਾਈ। ਇਸ ਮਹੱਤਵਪੂਰਨ ਪੱਖ ਨੂੰ ਪੂਰਨ ਤੌਰ 'ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਸ ਨੂੰ ਇੱਕ ਖੁਦਮੁਖਤਿਆਰ ਇਕਾਈ ਵਜੋਂ ਹੀ ਸਮਝਿਆ ਅਤੇ ਪੇਸ਼ ਕੀਤਾ ਗਿਆ ਹੈ। ਉਸ ਨੂੰ ਸਿੱਖ ਦੇ ਬੱਚੇ ਵਜੋਂ ਦੇਖਣ ਅਤੇ ਸਮਝਣ
ਤੋਂ ਅੜੀਅਲ ਢੰਗ ਨਾਲ ਇਨਕਾਰ ਕੀਤਾ ਗਿਆ ਹੈ। ਇਹ ਸਭ ਕੁਝ ਸਿਧਾਂਤਕ ਨਜ਼ਰੀਏ ਦੇ ਢੰਗ ਕਰਕੇ ਹੋਇਆ ਹੈ। ਇਸ ਦੇ ਨਤੀਜੇ ਬਹੁਤ ਭੈੜੇ ਅਤੇ ਦੁਖਦਾਈ ਨਿਕਲੇ ਹਨ। ਹੇਠਾਂ ਇਸ ਬਾਰੇ ਸੰਖੇਪ ਵਿੱਚ ਸਿਧਾਂਤਕ ਚਰਚਾ ਕਰਦੇ ਹਾਂ। ਧਰਮ ਅਤੇ ਵਿਚਾਰਧਾਰਾ। ਪੱਛਮ ਵਿੱਚ ਜਨਮੀ ਅਤੇ ਪ੍ਰਫੁੱਲਤ ਹੋਈ ਆਧੁਨਿਕ ਸਭਿਅਤਾ ਦਾ ਬੋਲਬਾਲਾ ਹੋਣ ਤੋਂ ਪਹਿਲਾਂ ਧਰਮ ਜੀਵਨ ਦਾ ਧੁਰਾ ਹੁੰਦਾ ਸੀ। ਧਰਮ ਹੀ ਸਮਾਜੀ ਅਤੇ ਇਖਲਾਕੀ ਕਦਰਾਂ ਕੀਮਤਾਂ ਦਾ ਆਧਾਰ ਅਤੇ ਕਸੌਟੀ ਹੁੰਦੀ ਸੀ। ਇਸ ਅਨੁਸਾਰ ਹੀ ਚੰਗੇ ਅਤੇ ਬੁਰੇ, ਯੋਗ ਅਤੇ ਅਯੋਗ ਵਿਚਕਾਰ ਨਿਖੇੜਾ ਕੀਤਾ ਜਾਂਦਾ ਸੀ। ਧਰਮ ਸਮਾਜਾਂ ਅਤੇ ਰਾਜਾਂ ਦੀ ਬੁਨਿਆਦ ਸੀ। ਧਰਮ ਖਾਤਰ ਲੜਨਾ ਮਰਨਾ ਪਵਿੱਤਰ ਕਰਮ ਸਮਝਿਆ ਜਾਂਦਾ ਸੀ। ਧਰਮ ਲਈ ਜਾਨ ਕੁਰਬਾਨ ਕਰਨ ਵਾਲੇ ਨੂੰ ਪੂਜਨੀਕ ਸ਼ਹੀਦ ਦਾ ਰੁਤਬਾ ਦਿੱਤਾ ਜਾਂਦਾ ਸੀ। ਆਧੁਨਿਕ ਸਭਿਅਤਾ ਦੇ ਹਾਵੀ ਹੋ ਜਾਣ ਨਾਲ ਧਰਮ ਦਾ ਸਥਾਨ ਰਾਜਸੀ ਵਿਚਾਰਧਾਰਾਵਾਂ ਨੇ ਲੈ ਲਿਆ। ਇਸ ਨਾਲ ਸਾਰਾ ਕੁਝ ਉਲਟਾ ਪੁਲਟਾ ਹੋ ਗਿਆ। ਜਿੱਥੇ ਪਹਿਲਾਂ ਧਰਮ ਲਈ ਲੜਨਾ ਮਰਨਾ ਪਵਿੱਤਰ ਸਮਝਿਆ ਜਾਂਦਾ ਸੀ, ਉੱਥੇ ਆਧੁਨਿਕ ਯੁੱਗ ਵਿੱਚ ਧਰਮ ਖਾਤਰ ਲੜਨ ਵਾਲੇ ਲੋਕਾਂ ਨੂੰ ਤਿਰਸਕਾਰ ਦੀ ਨਜ਼ਰ ਨਾਲ ਵੇਖਿਆ ਜਾਣ ਲੱਗਾ। ਇਹ ਮਾਨਤਾ ਅਜੋਕੇ ਗਿਆਨ ਪ੍ਰਬੰਧ ਦੀਆਂ ਸੀਮਾਵਾਂ ਅਤੇ ਵਰਤਮਾਨ ਰਾਜਸੀ ਢਾਂਚਿਆਂ ਦੀ ਲੋੜ ਹੈ, ਜੋ ਮੂਲ ਰੂਪ ਵਿੱਚ ਧਰਮ ਦੀ ਹੋਂਦ ਨੂੰ ਮਨੁੱਖਤਾ ਲਈ ਨਾਮੁਖੀ ਵਰਤਾਰੇ ਵਜੋਂ ਸਿੱਧ ਕਰਨ ਵੱਲ ਸੇਧਿਤ ਹੈ। ਅਜੋਕੇ ਯੁੱਗ ਅੰਦਰ ਰਾਜਸੀ ਵਿਚਾਰਧਾਰਾ ਲਈ ਲੜਨਾ ਮਰਨਾ ਉਸ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਅੰਦਰ ਨੇਕ ਅਤੇ ਪਵਿੱਤਰ ਸਮਝਿਆ ਜਾਣ ਲੱਗਾ ਹੈ। ਪਿਛਲੀਆਂ 2 ਸਦੀਆਂ ਅੰਦਰ ਵੱਡੀਆਂ ਹਸਤੀਆਂ ਵਜੋਂ ਮਾਨਤਾ ਵਧੇਰੇ ਉਹਨਾਂ ਲੋਕਾਂ ਦੀ ਹੋਈ ਹੈ, ਜਿਹੜੇ ਰਾਜਸੀ ਵਿਚਾਰਧਾਰਾ ਅਥਵਾ ਰਾਜਸੀ ਆਜ਼ਾਦੀ ਲਈ ਲੜੇ। ਜਦੋਂ ਧਰਮ ਨਾਲੋਂ ਰਾਜਸੀ ਵਿਚਾਰਧਾਰਾ ਨੂੰ ਉੱਤਮ ਮੰਨਿਆ ਜਾਣ ਲੱਗਾ, ਤਾਂ ਇਸ ਦੇ ਤਰਕਪੂਰਨ ਸਿੱਟੇ ਵਜੋਂ ਸੰਸਕਾਰਾਂ ਨਾਲੋਂ ਵਿਚਾਰਾਂ ਨੂੰ, ਅੰਤਰ ਪ੍ਰੇਰਨਾ ਨਾਲੋਂ ਚੇਤਨਾ ਨੂੰ ਅਤੇ ਮਨ ਅਤੇ ਆਤਮਾ ਨਾਲੋਂ ਬੁੱਧੀ ਨੂੰ ਉੱਤਮ ਮੰਨਿਆ ਜਾਣ ਲੱਗਾ। ਦ੍ਰਿਸ਼ਟੀ ਅੰਦਰ ਆਏ ਇਸ ਬੁਨਿਆਦੀ ਬਦਲਾਅ ਦਾ ਅਸਰ ਸਾਰੇ ਖੇਤਰਾਂ ਅੰਦਰ ਪ੍ਰਗਟ ਹੋਇਆ। ਇਸ ਨਾਲ ਵਿਅਕਤੀ ਅਤੇ ਸਮਾਜ ਬਾਰੇ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ। ਇਤਿਹਾਸ ਨੂੰ ਇਸੇ ਨਜ਼ਰੀਏ ਤੋਂ ਦੇਖਿਆ, ਪੜਚੋਲਿਆ ਅਤੇ ਪੇਸ਼ ਕੀਤਾ ਜਾਣ ਲੱਗਾ। ਇੱਥੋਂ ਤੱਕ ਕਿ ਧਰਮਾਂ ਅਤੇ ਧਾਰਮਿਕ ਰਹਿਬਰਾਂ ਅਤੇ ਨਾਇਕਾਂ ਦੀ ਵਿਆਖਿਆ ਵੀ ਇਸੇ ਦ੍ਰਿਸ਼ਟੀ ਤੋਂ ਕੀਤੀ ਜਾਣ ਲੱਗੀ। ਧਰਮ ਕੇਵਲ ਸਿਧਾਂਤਾਂ ਅਤੇ ਸਦਾਚਾਰਕ ਅਸੂਲਾਂ ਦਾ ਸੰਗ੍ਰਹਿ ਬਣ ਗਏ ਅਤੇ ਧਾਰਮਿਕ ਰਹਿਬਰ ਵਿਚਾਰਵਾਨ ਠਹਿਰਾਏ ਜਾਣ ਲੱਗੇ। ਇਸ ਨਾਲ ਇਤਿਹਾਸ ਝੂਠੀ ਸ਼ਕਲ ਇਖਤਿਆਰ ਕਰ ਗਏ। ਵਿਚਾਰਾਂ ਨੂੰ ਫੈਸਲਾਕੁਨ ਤਾਕਤ ਮੰਨ ਲੈਣ ਨਾਲ ਵਿਅਕਤੀਆਂ ਅਤੇ ਵਰਗਾਂ ਦੀ ਮਾਨਸਿਕਤਾ ਨੂੰ ਸਮਝਣ ਵਿੱਚ ਬਹੁਤੀ ਰੁਚੀ ਨਹੀਂ ਰਹੀ। ਇਸ ਦੀ ਉਗੜਵੀਂ ਮਿਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਆਧੁਨਿਕ ਦ੍ਰਿਸ਼ਟੀ ਤੋਂ ਲਿਖੀਆਂ ਗਈਆਂ ਲਿਖਤਾਂ, ਕਿਤਾਬਾਂ ਅੰਦਰ ਮਿਲਦੀ ਹੈ। ਅਜਿਹੀ ਇੱਕ ਲਿਖਤ ਅੰਦਰ ਇਹ ਕਿਹਾ ਗਿਆ ਹੈ ਕਿ ਜਿਸ ਵੇਲੇ ਕਰਤਾਰ ਸਿੰਘ ਉੜੀਸਾ ਵਿੱਚ ਪੜ੍ਹਾਈ ਕਰਦਾ ਸੀ, ਉਸ ਵੇਲੇ ਬੰਗਾਲ ਅਤੇ ਉੜੀਸਾ ਆਦਿ ਇਲਾਕਿਆਂ ਵਿੱਚ ਬਹੁਤ ਹੱਦ ਤੱਕ ਰਾਜਨੀਤਿਕ ਚੇਤਨਾ ਪੈਦਾ ਹੋ ਚੁੱਕੀ ਸੀ। ਸਰਾਭਾ ਸਕੂਲੀ ਪੁਸਤਕਾਂ ਤੋਂ ਇਲਾਵਾ ਕਿਉਂਕਿ ਹੋਰ ਸਾਹਿਤ ਵੀ ਪੜ੍ਹਦਾ ਰਹਿੰਦਾ ਸੀ, ਇਸ ਲਈ ਉਸ ਉੱਤੇ ਇਸ ਰਾਜਨੀਤਿਕ ਜਾਗ੍ਰਿਤੀ ਦਾ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਦੇਸ਼ ਪ੍ਰੇਮ ਅਤੇ ਦੇਸ਼ ਸੇਵਾ ਦੀ ਭਾਵਨਾ ਉਸ ਅੰਦਰ ਕਲਵਲ ਹੋਣ ਲੱਗੀ। ਉਸ ਦਾ ਸੋਚਣਾ ਦੇਖਣ ਦਾ ਦਿਸਹੱਦਾ ਵਸੀਹ ਹੋ ਗਿਆ। ਆਧੁਨਿਕਵਾਦੀ ਵਿਚਾਰਾਂ ਦੇ ਆਦੀ ਮਨ ਨੂੰ ਇਹ ਗੱਲ ਬੜੀ ਚੰਗੀ ਅਤੇ ਠੀਕ ਲੱਗ ਸਕਦੀ ਹੈ, ਪਰ ਇਸ ਵਿੱਚੋਂ ਲੇਖਕ ਦੇ ਨਜ਼ਰੀਏ ਦਾ ਨੁਕਸ ਪ੍ਰਤੱਖ ਹੁੰਦਾ ਹੈ। ਲੇਖਕ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੇਖਕ ਨੇ ਇਹ ਗੱਲ ਠੋਸ ਹਕੀਕਤ ਦੇ ਆਧਾਰ ਤੇ ਨਹੀਂ ਕਹੀ। ਉਸ ਨੇ ਸਾਰੀ ਲਿਖਤ ਅੰਦਰ ਕਿਸੇ ਇੱਕ ਵੀ ਕਿਤਾਬ ਦਾ ਨਾਉਂ ਜਾਂ ਜ਼ਿਕਰ ਨਹੀਂ ਕੀਤਾ ਜਿਹੜੀ ਉਸ ਮੁਤਾਬਿਕ ਕਰਤਾਰ ਸਿੰਘ ਸਰਾਭਾ ਨੇ ਪੜ੍ਹੀ ਹੋਵੇ। ਸਪਸ਼ਟ ਹੈ ਕਿ ਇਹ ਗੱਲ ਲੇਖਕ ਨੇ ਜਾਂ ਤਾਂ ਆਪਣੇ ਕੋਲੋਂ ਘੜੀ ਹੈ ਅਤੇ ਜਾਂ ਫਿਰ ਕਿਤੋਂ ਪੜ੍ਹ ਸੁਣ ਕੇ ਬਿਨਾਂ ਛਾਣਬੀਣ ਕੀਤੇ ਲਿਖ ਦਿੱਤੀ ਹੈ। ਲੇਖਕ ਸੁਣੀ ਸੁਣਾਈ ਅਜਿਹੀ ਗੱਲ ਉੱਤੇ ਹੀ ਇਤਬਾਰ ਕਰਦਾ ਹੈ ਜਿਹੜੀ ਉਸ ਨੂੰ ਆਪ ਚੰਗੀ ਲੱਗਦੀ ਹੈ। ਇਸ 'ਚੋਂ ਲੇਖਕ ਦੀ ਆਪਣੀ ਪਸੰਦ ਰੂਪਮਾਨ ਹੁੰਦੀ ਹੈ। ਹਥਲੇ ਪ੍ਰਸੰਗ ਅੰਦਰ ਪਸੰਦ ਦਾ ਮਸਲਾ ਕਿਸੇ ਜਾਤੀ ਸੁਆਦ ਨਾਲ ਨਹੀਂ ਜੁੜਿਆ ਹੋਇਆ। ਇਸ ਦਾ ਸਬੰਧ ਸਿਧਾਂਤਕ ਨਜ਼ਰੀਏ ਨਾਲ ਹੈ।
ਲੇਖਕ ਦੀ ਇਹ ਪੱਕੀ ਧਾਰਨਾ ਹੈ ਕਿ ਕਰਤਾਰ ਸਿੰਘ ਸਰਾਭਾ ਨੇ ਜੋ ਮਹਾਨ ਕਾਰਨਾਮੇ ਕੀਤੇ ਉਹ ਆਧੁਨਿਕ ਗਿਆਨ ਅਥਵਾ ਸੋਝੀ ਗ੍ਰਹਿਣ ਕੀਤੇ ਬਗੈਰ ਕਦਾਚਿਤ ਸੰਭਵ ਨਹੀਂ ਸੀ ਹੋ ਸਕਦੇ। ਲੇਖਕ ਕਿਉਂਕਿ ਅੰਤਰ ਪ੍ਰੇਰਨਾ ਨਾਲੋਂ ਚੇਤਨਾ ਨੂੰ ਉੱਤਮ ਮੰਨਦਾ ਹੈ ਅਤੇ ਆਧੁਨਿਕਤਾ ਦਾ ਪੈਰੋਕਾਰ ਹੋਣ ਕਰਕੇ ਉਸ ਦਾ ਇਹ ਪ੍ਰਬਲ ਯਕੀਨ ਹੈ ਕਿ ਚੇਤਨਾ ਕਿਤਾਬਾਂ ਪੜ੍ਹੇ ਬਿਨਾਂ ਨਹੀਂ ਆ ਸਕਦੀ। ਇਸ ਲਈ ਉਸਨੇ ਆਪਣੀ ਪਸੰਦੀਦਾ ਗੱਲ ਕਹਿਣ ਅਤੇ ਇਸ ਨੂੰ ਠੋਸ ਠਹਿਰਾਉਣ ਲਈ ਅਨੁਮਾਨ ਪੂਰਵਕ ਤਰਕ ਦਾ ਤਰੀਕਾਕਾਰ ਅਪਣਾ ਲਿਆ, ਜਿਸ ਮੁਤਾਬਿਕ ਕਿਉਂਕਿ ਕਰਤਾਰ ਸਿੰਘ ਸਰਾਭਾ ਮਹਾਨ ਇਨਕਲਾਬੀ ਸੀ ਇਸ ਲਈ ਉਸਨੇ ਲਾਜ਼ਮੀ ਆਧੁਨਿਕ ਸਾਹਿਤ ਪੜ੍ਹਿਆ ਹੋਵੇਗਾ ਅਤੇ ਕਿਉਂਕਿ ਉਸ ਵੇਲੇ ਬੰਗਾਲ ਵਿੱਚ ਰਾਜਸੀ ਜਾਗ੍ਰਿਤੀ ਆ ਗਈ ਸੀ ਅਤੇ ਬਸਤੀਵਾਦੀ ਰਾਜ ਦੌਰਾਨ ਉੜੀਸਾ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ, ਇਸ ਕਰਕੇ ਇਸ ਜਾਗ੍ਰਿਤੀ ਦਾ ਪ੍ਰਭਾਵ ਉੜੀਸਾ ਵਿੱਚ ਵੀ ਪਿਆ ਹੋਵੇਗਾ ਜਿੱਥੇ ਇਹ ਅਸਰ ਕਰਤਾਰ ਸਿੰਘ ਨੇ ਗ੍ਰਹਿਣ ਕੀਤਾ ਹੋਵੇਗਾ। ਆਧੁਨਿਕਵਾਦੀ ਮਨੌਤਾਂ। ਇਹ ਸਾਰੀ ਮਨੌਤ ਰਚਨਾ ਦੋ ਆਧੁਨਿਕਵਾਦੀ ਮਿੱਥਾਂ ਦੀ ਪੈਦਾਵਾਰ ਹੈ। ਪਹਿਲੀ ਮਿੱਥ ਇਹ ਹੈ ਕਿ ਅਸਲੀ ਗਿਆਨ ਆਧੁਨਿਕ ਸਾਹਿਤ ਪੜ੍ਹਨ ਨਾਲ ਹੀ ਹੁੰਦਾ ਹੈ। ਜਿਹੜੇ ਲੋਕ ਆਧੁਨਿਕ ਸਾਹਿਤ ਨਹੀਂ ਪੜ੍ਹਦੇ ਉਹ ਪਛੜ ਜਾਂਦੇ ਹਨ, ਉਹ ਅਗਿਆਨੀ ਰਹਿ ਜਾਂਦੇ ਹਨ। ਇਸ ਤਰਕ ਅਨੁਸਾਰ ਗਦਰ ਪਾਰਟੀ ਦੇ ਜਿਹੜੇ ਵੱਡੇ ਆਗੂ ਪੂਰੀ ਸ਼ਿੱਦਤ ਨਾਲ ਸਿੱਖ ਧਰਮ ਨਾਲ ਜੁੜੇ ਹੋਏ ਸਨ ਅਤੇ ਜਿਨ੍ਹਾਂ ਨੇ ਜ਼ਿਆਦਾਤਰ ਧਾਰਮਿਕ ਗ੍ਰੰਥ ਹੀ ਪੜ੍ਹੇ ਹੋਏ ਸਨ ਅਤੇ ਉਹ ਇਹਨਾਂ ਗ੍ਰੰਥਾਂ ਕੋਲੋਂ ਹੀ ਰੌਸ਼ਨੀ ਅਤੇ ਪ੍ਰੇਰਨਾ ਲੈਂਦੇ ਸਨ, ਉਹ ਅਗਿਆਨੀ ਸਨ। ਇਹ ਬਸਤੀਵਾਦੀ ਖਿਆਲਾਤ ਹਨ। ਯੂਰਪੀ ਹਾਕਮ ਗੁਲਾਮ ਦੇਸ਼ਾਂ ਦੀ ਅਨਪੜ੍ਹ ਜਨਤਾ ਬਾਰੇ ਇਹੀ ਧਾਰਨਾ ਰੱਖਦੇ ਸਨ। ਉਹਨਾਂ ਨੇ ਗਦਰ ਪਾਰਟੀ ਅਤੇ ਲਹਿਰ ਨੂੰ ਇਸੇ ਦ੍ਰਿਸ਼ਟੀ ਤੋਂ ਵੇਖਿਆ ਸੀ। ਉਹ ਇਹ ਮੰਨ ਕੇ ਚੱਲਦੇ ਸਨ ਕਿ ਪਿੰਡਾਂ ਦੇ ਅਨਪੜ੍ਹ ਲੋਕ ਆਪਣੇ ਆਪ ਅਜਿਹੀ ਜਥੇਬੰਦੀ ਅਤੇ ਲਹਿਰ ਕਦਾਚਿਤ ਖੜੀ ਨਹੀਂ ਸੀ ਕਰ ਸਕਦੇ। ਇਸ ਦੇ ਵਾਸਤੇ ਪੜ੍ਹੇ ਲਿਖੇ ਦਿਮਾਗਾਂ ਦੀ ਜ਼ਰੂਰਤ ਸੀ ਅਤੇ ਉਹਨਾਂ ਮੁਤਾਬਕ ਲਾਲਾ ਹਰਦਿਆਲ ਹੀ ਸੀ ਜਿਹੜਾ ਇਹ ਜ਼ਰੂਰਤ ਪੂਰੀ ਕਰ ਸਕਦਾ ਸੀ। ਇਸ ਕਰਕੇ ਬਸਤੀਵਾਦੀ ਹਾਕਮਾਂ ਨੇ ਗਦਰ ਲਹਿਰ ਬਾਰੇ ਜਿਹੜਾ ਜਾਇਜ਼ਾ ਬਣਾਇਆ ਉਸ ਵਿੱਚ ਸਾਰੀ ਗੱਲ ਲਾਲਾ ਹਰਦਿਆਲ ਦੇ ਦੁਆਲੇ ਘੁਮਾਈ। ਉਸ ਨੂੰ ਲਹਿਰ ਦਾ ਦਿਮਾਗ, ਸਿਰਜਕ, ਸੰਚਾਲਕ, ਨੀਤੀ ਘਾੜਾ ਅਤੇ ਲਹਿਰ ਦੀ ਜਿੰਦ ਜਾਨ ਕਿਹਾ ਗਿਆ। ਸਰਦਾਰ ਜਗਜੀਤ ਸਿੰਘ ਮੁਤਾਬਕ ਇਸ ਭੁਲੇਖੇ ਦਾ ਵੱਡਾ ਕਾਰਨ ਇਹ ਨਜ਼ਰੀਆ ਹੈ ਕਿ ਰਾਜਸੀ ਲਹਿਰਾਂ ਉਤਪੰਨ ਕਰਨ ਵਿੱਚ ਪਹਿਲ ਕੇਵਲ ਪੜ੍ਹੀ ਲਿਖੀ ਸ਼੍ਰੇਣੀ ਵੱਲੋਂ ਆ ਸਕਦੀ ਹੈ, ਆਮ ਜਨਤਾ ਵੱਲੋਂ ਨਹੀਂ। ਹਿੰਦ ਵਿੱਚ ਕੌਮੀ ਲਹਿਰ ਦੇ ਵਿਕਾਸ ਦੇ ਢੰਗ ਨੇ ਹਿੰਦ ਵਿੱਚ ਇਸ ਨਜ਼ਰੀਏ ਨੂੰ ਹੋਰ ਵੀ ਪੁਖਤਾਇਆ ਹੈ। ਬਾਅਦ ਵਿੱਚ ਜਾ ਕੇ ਜਿਹੜੇ ਵਿਦਵਾਨਾਂ ਨੇ ਗਦਰ ਲਹਿਰ ਦਾ ਇਤਿਹਾਸ ਲਿਖਣ ਵੇਲੇ ਸਰਕਾਰੀ ਦਸਤਾਵੇਜ਼ਾਂ ਉੱਤੇ ਵਧਵੀਂ ਨਿਰਭਰਤਾ ਪ੍ਰਗਟਾਈ ਅਤੇ ਜਿਹੜੇ ਆਪ ਵੀ ਅਜਿਹੇ ਹੀ ਆਧੁਨਿਕਵਾਦੀ ਖਿਆਲਾਂ ਦਾ ਪ੍ਰਭਾਵ ਕਬੂਲਦੇ ਸਨ, ਉਹਨਾਂ ਨੇ ਲਾਲਾ ਹਰਦਿਆਲ ਦੇ ਰੋਲ ਨੂੰ ਹਕੀਕਤ ਨਾਲੋਂ ਕਈ ਦਰਜੇ ਵਧਾ ਚੜ੍ਹਾ ਕੇ ਪੇਸ਼ ਕੀਤਾ। ਪ੍ਰੋਫੈਸਰ ਹਰੀਸ਼ ਕੇ ਪੁਰੀ ਦੀਆਂ ਲਿਖਤਾਂ ਇਸ ਦੋਸ਼ ਦਾ ਮੁਜੱਸਮਾ ਹਨ। ਉਸਨੇ ਲਾਲਾ ਹਰਦਿਆਲ ਸਮੇਤ ਉੱਤਰੀ ਅਮਰੀਕਾ ਵਿੱਚ ਪੜ੍ਹਦੇ ਹਿੰਦੂ ਵਿਦਿਆਰਥੀਆਂ ਦੀ ਲਹਿਰ ਵਿੱਚ ਭੂਮਿਕਾ, ਜਿਹੜੀ ਕਿ ਹਕੀਕਤ ਵਿੱਚ ਅੰਸ਼ ਮਾਤਰ ਸੀ, ਨੂੰ ਹੱਦੋਂ ਵੱਧ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ। ਇਹ ਵਿਗਾੜ ਨਿਰਾ ਸਰਕਾਰੀ ਦਸਤਾਵੇਜ਼ਾਂ ਉੱਤੇ ਵਧਵੀਂ ਟੇਕ ਰੱਖਣ ਦਾ ਨਤੀਜਾ ਨਹੀਂ, ਇਸ ਵਿੱਚ ਲੇਖਕ ਦੇ ਆਪਣੇ ਮਾਨਸਿਕ ਝੁਕਾਵਾਂ ਅਤੇ ਤੁਅੱਸਬਾਂ ਦਾ ਵੱਡਾ ਰੋਲ ਹੈ। ਦ੍ਰਿਸ਼ੀ ਚੈਚਈਆ, ਜਿਹੜਾ ਗਦਰ ਪਾਰਟੀ ਦੇ ਬਣਨ ਸਮੇਂ ਬਰਕਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ, ਆਪਣੀ ਇੱਕ ਹੱਥ ਲਿਖਤ ਵਿੱਚ ਪੇਂਡੂ ਕਿਸਾਨਾਂ ਬਾਰੇ ਸ਼ਹਿਰੂ ਪੜਾਕੂਆਂ ਵਾਲੇ ਤੁਅੱਸਬਾਂ ਦਾ ਪ੍ਰਗਟਾਵਾ ਕਰਦਾ ਲਿਖਦਾ ਹੈ ਕਿ ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਤੋਂ ਬਾਅਦ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਸੀ। ਦੂਜੇ ਗਦਰੀ ਸੂਰਬੀਰ ਲੜਾਕੂ ਜਜ਼ਬੇ ਅਤੇ ਕੁਰਬਾਨੀ ਕਰਨ ਦੇ ਗੁਣਾਂ ਨਾਲ ਤਾਂ ਭਰਪੂਰ ਸਨ, ਪਰ ਉਹਨਾਂ ਵਿੱਚ ਕਿਸੇ ਲਹਿਰ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਲੋੜੀਂਦੀ ਬੁੱਧੀਮਤਾ ਦੀ ਅਤੇ ਸਮਰੱਥਾ ਦੀ ਘਾਟ ਸੀ। ਉਸ ਦੀਆਂ ਨਜ਼ਰਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ, ਭਾਈ ਸੰਤੋਖ ਸਿੰਘ,
ਭਾਈ ਜਵਾਲਾ ਸਿੰਘ, ਪੰਡਿਤ ਕਾਸ਼ੀ ਰਾਮ, ਭਾਈ ਗਾਦਾ ਸਿੰਘ, ਮਾਸਟਰ ਊਧਮ ਸਿੰਘ ਕਸੇਲ, ਭਾਈ ਨਿਧਾਨ ਸਿੰਘ ਚੁੱਗਾ ਆਦਿ। ਸਾਰਿਆਂ ਵਿੱਚ ਬੁੱਧੀਮਤਾ ਅਤੇ ਸਮਰੱਥਾ ਦੀ ਘਾਟ ਸੀ, ਜਿਸ ਕਰਕੇ ਉਹ ਲਾਲਾ ਹਰਦਿਆਲ ਦੇ ਜਾਣ ਨਾਲ ਪੈਦਾ ਹੋਇਆ ਖਲਾਅ ਪੂਰਾ ਕਰਨ ਦੇ ਕਾਬਿਲ ਨਹੀਂ ਸਨ। ਚੈਚਈਆ ਦੀ ਇਹ ਧਾਰਨਾ ਦੇ ਉਲਟ ਬਾਬਾ ਸੋਹਣ ਸਿੰਘ ਭਕਨਾ ਨੇ ਹਰਦਿਆਲ ਦੀ ਥਾਂ ਨਵੇਂ ਚੀਫ ਸੈਕਟਰੀ ਬਣੇ ਭਾਈ ਸੰਤੋਖ ਸਿੰਘ ਦੀ ਕਾਬਲੀਅਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਦੱਸਿਆ ਹੈ ਕਿ ਲਾਲਾ ਹਰਦਿਆਲ ਕਰਕੇ ਪੈਦਾ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਭਾਈ ਸੰਤੋਖ ਸਿੰਘ ਦੇ ਸੈਕਟਰੀ ਬਣਨ ਤੋਂ ਬਾਅਦ ਬੜੀ ਸੁਘੜਤਾ ਨਾਲ ਹੱਲ ਕਰ ਲਈਆਂ ਗਈਆਂ ਸਨ, ਜਿਸ ਕਰਕੇ ਹਰਦਿਆਲ ਦੇ ਚਲੇ ਜਾਣ ਨਾਲ ਪਾਰਟੀ ਦੇ ਕੰਮ ਵਿੱਚ ਢਿੱਲ ਪੈਣ ਦੀ ਬਜਾਏ ਹੋਰ ਤੇਜ਼ੀ ਆ ਗਈ ਸੀ। ਇੱਕ ਗੱਲਬਾਤ ਦੌਰਾਨ ਬਾਬਾ ਜੀ ਨੇ ਹੋਰ ਸਪਸ਼ਟ ਕੀਤਾ ਕਿ ਲਾਲਾ ਹਰਦਿਆਲ ਨੇ ਕੇਵਲ 5 ਮਹੀਨੇ ਸਾਡੇ ਨਾਲ ਕੰਮ ਕੀਤਾ। ਜੇ ਉਹ ਪਾਰਟੀ ਦੀ ਜਿੰਦ ਜਾਨ ਹੁੰਦਾ ਤਾਂ ਉਸਦੇ ਜਾਣ ਪਿੱਛੋਂ ਇਹ ਲਹਿਰ ਜ਼ਰੂਰ ਮੁੱਕ ਜਾਂਦੀ, ਪਰ ਇੰਜ ਨਹੀਂ ਹੋਇਆ, ਸਗੋਂ ਲਹਿਰ ਹੋਰ ਮਜ਼ਬੂਤ ਹੋਈ। ਇਨਕਲਾਬ ਲਈ ਤਿਆਰੀ ਇਸਦੇ ਜਾਣ ਪਿੱਛੋਂ ਕੀਤੀ ਗਈ। ਪ੍ਰਸਿੱਧ ਵਿਦਵਾਨ ਅਤੇ ਸਮਾਜੀ ਕਾਰਕੁਨ ਗੇਲ ਓਮਵੈਟ ਨੇ ਗਦਰ ਲਹਿਰ ਬਾਰੇ ਲਿਖੇ ਇੱਕ ਅੰਤਰਦ੍ਰਿਸ਼ਟੀ ਭਰਪੂਰ ਲੇਖ ਵਿੱਚ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੇ ਇਤਿਹਾਸ ਵਿੱਚ ਗਦਰ ਲਹਿਰ ਨੂੰ ਬਣਦਾ ਸਥਾਨ ਨਾ ਦੇਣ ਅਤੇ ਭਾਰਤ ਦੀ ਰਾਸ਼ਟਰੀ ਅਤੇ ਕਮਿਊਨਿਸਟ ਲਹਿਰ ਵੱਲੋਂ ਗਦਰੀ ਬਾਬਿਆਂ ਨੂੰ ਤੁੱਛ ਅਥਵਾ ਨੀਵੇਂ ਸਮਝਣ ਦਾ ਕਾਰਨ ਇਹ ਦੱਸਿਆ ਹੈ। ਅਸਲੀ ਗੱਲ ਇਹ ਲੱਗਦੀ ਹੈ ਕਿ ਭਾਰਤ ਦੇ ਮਹਾਨਗਰੀ ਬੁੱਧੀਜੀਵੀਆਂ, ਜਿਹੜੇ ਕਿ ਸਭ ਤੋਂ ਮੁੱਢਲੇ ਕੌਮੀ ਅਤੇ ਕਮਿਊਨਿਸਟ ਲੀਡਰ ਸਨ, ਨੇ ਸਿੱਖਾਂ ਨੂੰ ਉਸੇ ਹੀ ਪੱਖਪਾਤੀ ਨਜ਼ਰੀਏ ਨਾਲ ਦੇਖਿਆ ਜਿਸ ਨਾਲ ਭਾਰਤ ਅੰਦਰ ਅੱਜ ਵੀ ਉਹਨਾਂ ਨੂੰ ਦੇਖਿਆ ਜਾਂਦਾ ਹੈ। ਜਿੱਥੇ ਸਿੱਖਾਂ ਬਾਰੇ ਚੁਟਕਲੇ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਪ੍ਰਤੀਤ ਹੁੰਦੇ ਹਨ ਜਿਹੜੀ ਭੂਮਿਕਾ ਅਮਰੀਕਾ ਅੰਦਰ ਪਲਾਕ ਚੁਟਕਲਿਆਂ ਨੇ ਨਿਭਾਈ। ਲਾਲਾ ਹਰਦਿਆਲ ਅਤੇ ਉਸ ਦਾ ਜੁੱਟ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਸਿੱਖ ਅਵਾਸੀਆਂ ਚੋਂ ਬਹੁਤਿਆਂ ਨੂੰ ਜਾਹਲ ਅਤੇ ਜੱਟ ਬੂਟ ਸਮਝਦਾ ਸੀ। ਇਸ ਦੇ ਨਾਲ ਹੀ ਗੇਲ ਓਮਵੈਟ ਨੇ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਅਤੇ ਭਾਰਤ ਦੇ ਮੋਢੀ ਕਮਿਊਨਿਸਟ M.N. ਰਾਏ ਦੀ ਸਿੱਖਾਂ ਬਾਰੇ ਅਜਿਹੀ ਘਿਰਨਾਗ੍ਰਸੀ ਸੋਚ ਦਾ ਵੀ ਪਾਜ ਉਘਾੜਿਆ ਹੈ। 1916 ਵਿੱਚ M.S. ਰਾਏ ਅਤੇ ਪ੍ਰਸਿੱਧ ਗਦਰੀ ਆਗੂ ਭਾਈ ਭਗਵਾਨ ਸਿੰਘ ਨੇ ਇੱਕੋ ਜਹਾਜ਼ ਵਿੱਚ ਛੁਪ ਕੇ ਪ੍ਰਸ਼ਾਂਤ ਮਹਾਸਾਗਰ ਪਾਰ ਕੀਤਾ। ਰਾਏ ਨੇ ਬਾਅਦ ਵਿੱਚ ਆਪਣੀ ਕਿਸੇ ਲਿਖਤ ਅੰਦਰ ਇਸ ਮੁਲਾਕਾਤ ਦਾ ਵੇਰਵਾ ਦਿੰਦਿਆਂ ਭਗਵਾਨ ਸਿੰਘ ਦੀ ਬੀਅਰ ਪੀਣ ਦੀ ਲਲਕ ਉੱਤੇ ਆਪਣੀ ਉਕਤਾਹਟ ਪ੍ਰਗਟਾਉਣ ਲਈ ਬੜੇ ਘਿਨਾਉਣੇ ਲਫ਼ਜ਼ ਵਰਤੇ ਸਨ। ਉਸਨੇ ਲਿਖਿਆ ਸੀ, ਭਗਵਾਨ ਸਿੰਘ ਤਕਰੀਬਨ 50 ਸਾਲਾਂ ਦਾ ਹੱਟਾ-ਕੱਟਾ ਸੀ, ਜਿਸਨੇ ਅਮਰੀਕਾ ਹੀ-ਮੈਨ ਦੇ ਬਹੁਤ ਸਾਰੇ ਭੱਦੇ ਨਕਸ਼ ਗ੍ਰਹਿਣ ਕੀਤੇ ਹੋਏ ਸਨ। ਇਸ ਦੇ ਨਾਲ ਹੀ ਉਸ ਨੇ ਉਨੇ ਹੀ ਭੱਦੇ ਦੇਸੀ ਲੱਛਣ ਵੀ ਸਾਂਭ ਕੇ ਰੱਖੇ ਹੋਏ ਸਨ। ਆਧੁਨਿਕਵਾਦੀ ਕਮਿਊਨਿਸਟਾਂ ਦੀ ਅਨਪੜ੍ਹ ਅਤੇ ਪੇਂਡੂ ਗਦਰੀ ਬਾਬਿਆਂ ਪ੍ਰਤੀ ਘਿਰਨਾ ਦੀ ਪੁਸ਼ਟੀ ਇੱਕ ਹੋਰ ਮਿਸਾਲ ਤੋਂ ਵੀ ਹੁੰਦੀ ਹੈ। ਸ਼ਹੀਦ ਭਗਤ ਸਿੰਘ ਦੇ ਨੇੜਲੇ ਸਾਥੀ ਕਾਮਰੇਡ ਰਾਮਚੰਦਰ ਨੇ ਆਪਣੀ ਸਵੈ ਜੀਵਨੀ ਵਿੱਚ ਗਦਰੀ ਸਿੱਖ ਬਾਬਿਆਂ ਪ੍ਰਤੀ ਆਪਣੀ ਦਿਲੀ ਘ੍ਰਿਣਾ ਇਸ ਤਰ੍ਹਾਂ ਜ਼ਾਹਿਰ ਕੀਤੀ ਹੈ। ਗਦਰੀ ਬਾਬੇ ਜੋ ਕਿ 1914 ਦੇ ਗਦਰ ਚੋਂ ਮੌਤ ਅਤੇ ਕੈਦ ਤੋਂ ਬਚ ਗਏ ਸਨ, ਉਹਨਾਂ ਨੂੰ ਕਮਿਊਨਿਸਟ ਜਥੇਬੰਦੀਆਂ ਬਣਾਉਣ ਲਈ ਅਮਰੀਕਾ ਵਿੱਚ ਗਦਰ ਪਾਰਟੀ ਦੇ ਹੈੱਡਕੁਆਰਟਰ ਤੋਂ ਪੈਸੇ ਆਉਂਦੇ ਸਨ। ਇਸ ਪੈਸੇ ਨਾਲ ਉਹ ਸਿਆਸੀ ਮਹੰਤ ਬਣ ਗਏ ਸਨ। ਹਾਲਾਂਕਿ ਉਹਨਾਂ ਪੱਲੇ ਸੋਚਣ ਅਤੇ ਪ੍ਰੋਗਰਾਮ ਘੜਨ ਜਾਂ ਜਥੇਬੰਦੀ ਉਸਾਰਨ ਦੀ ਸਮਰੱਥਾ ਨਹੀਂ ਸੀ, ਪਰ ਉਹਨਾਂ ਨੇ ਕਮਿਊਨਿਸਟ ਵਿਚਾਰਾਂ ਲਈ ਪੈਦਾ ਹੋਏ ਉਭਾਰ ਦਾ ਲਾਹਾ ਲੈਂਦਿਆਂ ਖਿਡੌਣੇ ਨੁਮਾ ਕਮਿਊਨਿਸਟ ਪਾਰਟੀਆਂ ਬਣਾ ਲਈਆਂ, ਪੈਸੇ ਦੀ ਦੁਰਵਰਤੋਂ ਕੀਤੀ ਅਤੇ ਕੁਝ ਅਗਿਆਨੀ ਅਤੇ ਵਿਕਾਊ ਲੋਕਾਂ ਨੂੰ ਆਪਣੇ ਹੱਥ ਠੋਕੇ ਬਣਾ ਲਿਆ। ਉਕਤ ਲਿਖਤ ਅੰਦਰ ਕਾਮਰੇਡ ਰਾਮਚੰਦਰ ਨੇ ਗਦਰੀ ਸਿੱਖ ਬਾਬਿਆਂ ਨੂੰ ਤਿਰਸਕਾਰ ਨਾਲ ਡਾਲਰ ਪਰਮੇਸ਼ਰ, ਰੂਬਲ ਪਰਮੇਸ਼ਰ ਅਤੇ ਕਿਰਤੀ ਸੇਠ ਦੀਆਂ ਅਨਾਦਰਪੂਰਨ ਉਪਾਧੀਆਂ ਨਾਲ ਨਿਵਾਜਿਆ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਵਿੱਚ ਹਿੰਦੂ
ਉਰਫ ਕੌਮੀ ਆਗੂਆਂ ਦੇ ਮਨਾਂ ਅੰਦਰ ਸਿੱਖਾਂ ਵਿਰੁੱਧ ਨਫ਼ਰਤ ਦੀ ਭਾਵਨਾ ਉੱਤੇ ਅਫਸੋਸ ਕਰਦਿਆਂ ਗੁਸੈਲਾ ਪ੍ਰਤੀਕਰਮ ਪ੍ਰਗਟਾਇਆ ਸੀ। ਉਹਨਾਂ ਲਿਖਿਆ, ਲਾਲਾ ਲਾਜਪਤ ਰਾਏ ਆਦਿਕ ਨੇ ਅਮਰੀਕਾ ਦੇ ਹਿੰਦੀਆਂ, ਖਾਸ ਕਰਕੇ ਸਿੱਖਾਂ ਬਾਰੇ ਜੋ ਘ੍ਰਿਣਾ ਭਰੇ ਲਫ਼ਜ਼ ਆਪਣੀਆਂ ਕਿਤਾਬਾਂ ਵਿੱਚ ਲਿਖੇ ਹਨ, ਮੇਰੀ ਜਾਂਚੇ ਤਾਂ ਉਹਨਾਂ ਨੇ ਪੁੱਜ ਕੇ ਭੁਲੇਖਾ ਖਾਧਾ ਹੈ ਅਤੇ ਨਿਆਂ ਦੇ ਗਲ ਛੁਰੀ ਫੇਰੀ ਹੈ। ਜੇ ਉਹ ਅਮਰੀਕਨ ਅਤੇ ਕੈਨੇਡੀਅਨ ਹਿੰਦੀ ਸਿੱਖਾਂ ਦੀਆਂ ਕੁਰਬਾਨੀਆਂ ਉੱਤੇ ਰਤੀ ਵੀ ਨਿਗਾਹ ਮਾਰਦੇ ਤਾਂ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਅਜਿਹਾ ਲਿਖਣ ਦੀ ਕਦੀ ਆਗਿਆ ਨਾ ਦਿੰਦੀ। ਦੂਜੀ ਮਿੱਥ। ਕਰਤਾਰ ਸਿੰਘ ਸਰਾਭਾ ਦੀ ਜੀਵਨੀ ਲਿਖਣ ਵੇਲੇ ਲੇਖਕ ਅੱਗੇ ਇਹ ਸੁਭਾਵਿਕ ਅਤੇ ਵਾਜਿਬ ਸਵਾਲ ਖੜ੍ਹਾ ਹੁੰਦਾ ਹੈ ਕਿ ਉਸ ਨੂੰ ਰਾਜਸੀ ਜਾਗ੍ਰਿਤੀ ਦੀ ਜਾਗ ਕਦੋਂ, ਕਿੱਥੋਂ ਅਤੇ ਕਿਵੇਂ ਲੱਗੀ। ਇਹ ਸਵਾਲ ਬਸਤੀਵਾਦੀ ਹਾਕਮਾਂ ਮੂਹਰੇ ਵੀ ਖੜ੍ਹਾ ਹੋਇਆ ਸੀ। ਗਦਰ ਲਹਿਰ ਬਾਰੇ ਉਹਨਾਂ ਦਾ ਵੀ ਆਪਣਾ ਨਜ਼ਰੀਆ ਬਣਿਆ ਸੀ। ਉਹਨਾਂ ਨੇ ਵੀ ਆਪਣੀ ਲੋੜ ਖਾਤਰ ਆਪਣੇ ਹੀ ਨਜ਼ਰੀਏ ਤੋਂ ਇਸ ਲਹਿਰ ਨੂੰ ਜਾਣਨ ਸਮਝਣ ਦਾ ਯਤਨ ਕੀਤਾ ਸੀ ਅਤੇ ਇਸ ਦੇ ਹਰ ਪੱਖ ਦੀ ਪੜਤਾਲ ਅਤੇ ਛਾਣਬੀਣ ਕੀਤੀ ਸੀ। ਖੁਫੀਆ ਏਜੰਸੀਆਂ ਦੀਆਂ ਗਦਰ ਲਹਿਰ ਨਾਲ ਸੰਬੰਧਿਤ ਰਿਪੋਰਟਾਂ, ਬਸਤੀਵਾਦੀ ਅਧਿਕਾਰੀਆਂ ਦੀਆਂ ਲਹਿਰਾਂ ਬਾਰੇ ਰਾਵਾਂ ਅਤੇ ਟਿੱਪਣੀਆਂ ਅਤੇ ਗਦਰੀਆਂ ਉੱਤੇ ਚੱਲੇ ਮੁਕੱਦਮਿਆਂ ਦੌਰਾਨ ਸਰਕਾਰੀ ਵਕੀਲਾਂ ਵੱਲੋਂ ਪ੍ਰਗਟਾਏ ਵਿਚਾਰਾਂ ਅਤੇ ਜੱਜਾਂ ਵੱਲੋਂ ਕੱਢੇ ਗਏ ਸਿੱਟਿਆਂ ਵਿੱਚੋਂ ਬਸਤੀਵਾਦੀ ਹਾਕਮਾਂ ਦਾ ਨਜ਼ਰੀਆ ਪ੍ਰਤੱਖ ਹੋ ਜਾਂਦਾ ਹੈ। ਇਸ ਤਰੀਕੇ ਨਾਲ ਗਦਰ ਲਹਿਰ ਬਾਰੇ ਬਸਤੀਵਾਦੀ ਹਾਕਮਾਂ ਦਾ ਬਿਰਤਾਂਤ ਹੋਂਦ ਵਿੱਚ ਆਇਆ। ਜਾਬਰ ਹਕੂਮਤਾਂ ਦਾ ਇੱਕ ਦੋਸ਼ ਸਰਵ ਵਿਆਪਕ ਹੈ। ਉਹਨਾਂ ਵੱਲੋਂ ਕਦੇ ਵੀ ਲੋਕਾਂ ਦੀ ਬੇਚੈਨੀ ਦੇ ਅਸਲੀ ਕਾਰਨਾਂ ਨੂੰ ਸਮਝਣ ਦਾ ਸੁਹਿਰਦ ਯਤਨ ਨਹੀਂ ਕੀਤਾ ਜਾਂਦਾ। ਉਹਨਾਂ ਵੱਲੋਂ ਆਮ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟੋਲੇ ਜਾਂ ਸ਼ਰਾਰਤ ਦੀ ਜੜ ਸਮਝਿਆ ਜਾਂਦਾ ਹੈ ਅਤੇ ਉਸ ਉੱਤੇ ਸਧਾਰਨ ਲੋਕਾਂ ਨੂੰ ਝੂਠਾ ਪ੍ਰਾਪੇਗੰਡਾ ਕਰਕੇ ਸਰਕਾਰ ਵਿਰੁੱਧ ਭੜਕਾਉਣ ਦਾ ਘਸਿਆ ਪਿਟਿਆ ਦੋਸ਼ ਮੜ੍ਹਿਆ ਜਾਂਦਾ ਹੈ। ਆਮ ਕਰਕੇ ਲੋਕਾਂ ਨੂੰ ਵਰਗਲਾਉਣ ਦੀ ਸਮਰੱਥਾ ਪੜ੍ਹੇ ਲਿਖੇ, ਤੇਜ਼ ਤਰਾਰ ਅਤੇ ਬੁੱਧੀਮਾਨ ਵਿਅਕਤੀ ਜਾਂ ਵਿਅਕਤੀਆਂ ਅੰਦਰ ਹੀ ਦੇਖੀ ਸਮਝੀ ਜਾਂਦੀ ਹੈ, ਜਿਸ ਕਰਕੇ ਅੰਗਰੇਜ਼ ਹਾਕਮਾਂ ਨੇ ਗਦਰ ਲਹਿਰ ਅੰਦਰ ਲਾਲਾ ਹਰਦਿਆਲ ਅਤੇ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਦੇ ਰੋਲ ਨੂੰ ਹਕੀਕਤ ਨਾਲੋਂ ਬੇਹੱਦ ਵਧਾ ਚੜ੍ਹਾ ਕੇ ਦੇਖਿਆ ਅਤੇ ਪੇਸ਼ ਕੀਤਾ। ਬਸਤੀਵਾਦੀ ਹਾਕਮਾਂ ਦੇ ਉਲਟ ਗਦਰ ਲਹਿਰ ਵੱਲੋਂ ਵੀ ਆਪਣਾ, ਜਾਂ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਆਪਣੇ ਬਿਰਤਾਂਤ ਸਿਰਜੇ ਗਏ ਹਨ। ਇੱਥੇ ਇਹ ਬਹੁਤ ਹੀ ਅਹਿਮ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਹੜੇ ਬਿਰਤਾਂਤਾਂ ਨੂੰ ਗਦਰ ਲਹਿਰ ਦਾ ਸਹੀ ਅਤੇ ਪ੍ਰਮਾਣਿਕ ਬਿਰਤਾਂਤ ਮੰਨਿਆ ਜਾਵੇ। ਕਾਰਨ ਇਹ ਕਿ ਇੱਥੇ ਇੱਕ ਨਹੀਂ ਇੱਕ ਤੋਂ ਵਧੇਰੇ ਬਿਰਤਾਂਤ ਸਿਰਜੇ ਗਏ ਹਨ। ਭਾਰਤ ਦੀ ਬਹੁਭਾਂਤੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਥਿਤੀ ਦੇ ਲਿਹਾਜ਼ ਨਾਲ ਅਜਿਹਾ ਹੋਣਾ ਗੈਰ ਸੁਭਾਵਿਕ ਨਹੀਂ, ਸਗੋਂ ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਇਹ ਬਹੁਤ ਹੀ ਗੈਰ ਸੁਭਾਵਿਕ ਹੋਣਾ ਸੀ। ਇਹ ਪ੍ਰਤੱਖ ਸੱਚਾਈ ਹੈ ਕਿ ਭਾਰਤੀ ਸਮਾਜ ਇੱਕ ਜਿਨਸੀ ਨਹੀਂ ਹੈ। ਇਹ ਬਹੁਤ ਹੀ ਅਹਿਮ ਰੂਪ ਵਿੱਚ ਬਹੁ-ਜਾਤੀ, ਬਹੁ-ਕੌਮੀ, ਬਹੁ-ਧਰਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਸ ਤੋਂ ਇਲਾਵਾ ਦੁਨੀਆ ਦੇ ਹੋਰਨਾਂ ਸਮਾਜਾਂ ਨਾਲੋਂ ਇਸ ਦਾ ਵੱਖਰਾ ਅਤੇ ਵਿਲੱਖਣ ਜਾਂ ਕੁਟੱਬਾ ਪੱਖ ਇਹ ਹੈ ਕਿ ਬ੍ਰਾਹਮਣਵਾਦੀ ਜਾਤ-ਪਾਤੀ ਫ਼ਲਸਫ਼ੇ ਦੀ ਬਦੌਲਤ ਇਹ ਜਾਤ-ਪਾਤ ਦੀਆਂ ਅਮਿੱਟ ਅਤੇ ਘਿਨਾਉਣੀਆਂ ਵੰਡਾਂ ਅਤੇ ਵਿਰੋਧਾਂ ਨਾਲ ਵਿੰਨ੍ਹਿਆ ਹੋਇਆ ਹੈ। ਇਸ ਜਟਲ ਸਮਾਜੀ ਹਕੀਕਤ ਦਾ ਪਰਤੋਂ ਰਾਜਸੀ ਸਰਗਰਮੀ ਉੱਤੇ ਪੈਣਾ ਸੁਭਾਵਿਕ ਹੈ। ਕਹਿਣ ਦਾ ਭਾਵ ਇਹ ਕਿ ਉਸ ਵੇਲੇ ਵੀ ਜਦੋਂ ਵੱਖ-ਵੱਖ ਵਰਗ ਭਾਰਤ ਦੀ ਆਜ਼ਾਦੀ ਲਈ ਇਕੱਠੇ ਹੋ ਕੇ ਲੜ ਰਹੇ ਸੀ, ਉਹਨਾਂ ਵਿਚਕਾਰ ਪੂਰਨ ਇਕਸੁਰਤਾ ਨਹੀਂ ਸੀ, ਨਾ ਹੀ ਹੋ ਸਕਦੀ ਸੀ ਅਤੇ ਹੋਣੀ ਵੀ ਨਹੀਂ ਚਾਹੀਦੀ ਸੀ। ਕਾਰਨ ਇਹ ਸੀ ਕਿ ਇਹ ਏਕਤਾ, ਬਰਾਬਰੀ ਅਤੇ ਇਨਸਾਫ਼ ਦੇ ਅਸੂਲਾਂ 'ਤੇ ਆਧਾਰਿਤ ਨਹੀਂ ਸੀ। ਮੁੱਢ ਤੋਂ ਲੈ ਕੇ ਅਖੀਰ ਤੱਕ ਇਸ ਦੀ ਅਗਵਾਈ ਸਵਰਨ ਜਾਤੀ ਹਿੰਦੂ ਆਗੂਆਂ ਦੇ ਹੱਥਾਂ ਵਿੱਚ ਰਹੀ, ਜਿਨ੍ਹਾਂ ਨੇ ਕਦੇ ਵੀ ਆਪਣੇ ਸੌੜੇ ਸਮਾਜੀ, ਆਰਥਿਕ, ਸੱਭਿਆਚਾਰਕ ਅਤੇ ਰਾਜਸੀ ਹਿੱਤਾਂ ਦਾ ਤਿਆਗ ਨਹੀਂ ਕੀਤਾ। ਉਹਨਾਂ ਨੇ ਹਰ ਮਾਮਲੇ ਵਿੱਚ ਆਪ ਹੁਦਰਾਸ਼ਾਹੀ ਕੀਤੀ ਅਤੇ ਦੂਸਰੇ ਵਰਗਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਦੀ ਉਪਯੋਗਵਾਦੀ ਨੀਤੀ ਅਪਣਾਈ।
ਉਹਨਾਂ ਨੇ ਆਪਣੇ ਜਨਮਜਾਤ ਖਾਸੇ ਦੇ ਅਨੁਸਾਰ ਪੈਰ ਪੈਰ 'ਤੇ ਝੂਠ, ਫਰੇਬ ਅਤੇ ਬੇਈਮਾਨੀ ਦਾ ਆਸਰਾ ਲਿਆ, ਜਿਸ ਕਰਕੇ ਮੁਸਲਮਾਨਾਂ ਅਤੇ ਦਲਿਤ ਵਰਗਾਂ ਦਾ ਵੱਡਾ ਹਿੱਸਾ ਸਵਰਨ ਜਾਤੀ ਹਿੰਦੂ ਵਰਗਾਂ ਦੀ ਅਗਵਾਈ ਮੰਨਣ ਤੋਂ ਕਦੇ ਹਿਚਕਚਾਹਟ ਪ੍ਰਗਟਾਉਂਦਾ ਰਿਹਾ ਅਤੇ ਕਦੇ ਨਾਬਰ ਹੋ ਜਾਂਦਾ ਰਿਹਾ। ਸਿੱਖਾਂ ਦਾ ਹਿੰਦੂ ਲੀਡਰਸ਼ਿਪ ਨਾਲ ਲਗਾਤਾਰ ਤਣਾਅ ਬਣਿਆ ਰਿਹਾ, ਪਰ ਕੁਝ ਹਾਲਤਾਂ ਦੀ ਮਜਬੂਰੀ ਅਤੇ ਕੁਝ ਕੁ ਆਗੂਆਂ ਦੀਆਂ ਸੀਮਾਵਾਂ ਅਤੇ ਅਯੋਗਤਾਵਾਂ ਕਰਕੇ ਸਿੱਖ ਭਾਈਚਾਰਾ ਹਿੰਦੂ ਲੀਡਰਸ਼ਿਪ ਦੇ ਗਲਬੇ ਤੋਂ ਉਸ ਤਰ੍ਹਾਂ ਮੁਕਤ ਨਾ ਹੋ ਸਕਿਆ ਜਿਵੇਂ ਮੁਸਲਮਾਨ ਹੋ ਗਏ ਸਨ। ਸੁਭਾਵਿਕ ਤੌਰ 'ਤੇ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦਾ ਸਮੁੱਚਾ ਬਿਰਤਾਂਤ ਇਸ ਲਹਿਰ ਉੱਤੇ ਭਾਰੂ ਲੀਡਰਸ਼ਿਪ, ਸਵਰਨ ਜਾਤੀ ਹਿੰਦੂ ਆਗੂਆਂ ਅਤੇ ਵਿਦਵਾਨਾਂ ਨੇ ਹੀ ਸਿਰਜਿਆ। ਲਹਿਰ ਅਤੇ ਸਮਾਜ ਅੰਦਰ ਇਸ ਵਰਗ ਦੀ ਭਾਰੂ ਹੈਸੀਅਤ ਅਤੇ ਅਜਾਰੇਦਾਰੀ ਸਦਕਾ ਹਿੰਦੂ ਲੀਡਰਸ਼ਿਪ ਦੁਆਰਾ ਸਿਰਜਿਆ ਗਿਆ ਇਹ ਬਿਰਤਾਂਤ ਹੀ ਪ੍ਰਮਾਣਿਕ ਮੰਨਿਆ ਜਾਣ ਲੱਗ ਪਿਆ। ਆਜ਼ਾਦੀ ਦੇ ਸੰਗਰਾਮ ਅੰਦਰ ਜਿਹੜੇ ਆਪਸੀ ਵਖਰੇਵੇਂ ਅਤੇ ਵਿਰੋਧ ਸਨ, ਉਹਨਾਂ ਉੱਤੇ ਅਵਲ ਤਾਂ ਪਰਦਾ ਪਾ ਦਿੱਤਾ ਗਿਆ, ਜਾਂ ਉਹਨਾਂ ਦੀ ਵਿਆਖਿਆ ਹਿੰਦੂ ਲੀਡਰਸ਼ਿਪ ਦੇ ਨੁਕਤਾ ਨਜ਼ਰ ਤੋਂ ਹੀ ਕੀਤੀ ਗਈ। ਵਿਰੋਧੀ ਵਰਗਾਂ ਦੇ ਪੱਖ ਨੂੰ ਬੇਈਮਾਨੀ ਨਾਲ ਵਿਗਾੜ ਕੇ ਪੇਸ਼ ਕੀਤਾ ਗਿਆ, ਉਹਨਾਂ ਨੂੰ ਨਿੰਦਿਆ, ਭੰਡਿਆ ਅਤੇ ਬਦਨਾਮ ਕੀਤਾ ਗਿਆ। ਗਦਰੀ ਸਿੱਖ ਬਾਬਿਆਂ ਨੇ ਲਹਿਰ ਦੀ ਪ੍ਰਚਾਰ ਸਮੱਗਰੀ ਆਪਣੇ ਸਵੈ ਕਥਨਾਂ ਅਤੇ ਖੋਜੀ ਵਿਦਵਾਨਾਂ ਨੂੰ ਦਿੱਤੀਆਂ ਗਈਆਂ ਇੰਟਰਵਿਊਆਂ ਆਦਿ ਦੇ ਜ਼ਰੀਏ ਆਪਣਾ ਸੁਤੰਤਰ ਬਿਰਤਾਂਤ ਸਿਰਜਿਆ। ਬਾਬਾ ਸੋਹਣ ਸਿੰਘ ਭਕਨਾ ਨੇ ਖਾਸ ਕਰਕੇ ਆਪਣੀਆਂ ਵੱਖ-ਵੱਖ ਲਿਖਤਾਂ ਵਿੱਚ ਹਿੰਦੂ ਲੀਡਰਸ਼ਿਪ ਦੇ ਬਿਰਤਾਂਤ ਨੂੰ ਵੰਗਾਰਿਆ, ਇਸ ਦੇ ਝੂਠਾਂ ਦਾ ਪਰਦਾਫਾਸ਼ ਕੀਤਾ। ਪਰ ਗਦਰੀ ਬਾਬਿਆਂ ਨਾਲ ਤਰਾਸਦੀ ਇਹ ਵਾਪਰੀ ਕਿ ਜਿਹੜੇ ਵਿਦਵਾਨਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ, ਉਹਨਾਂ ਦੀਆਂ ਗੱਲਬਾਤਾਂ ਰਿਕਾਰਡ ਕੀਤੀਆਂ, ਉਹਨਾਂ ਦੇ ਵੱਡੇ ਹਿੱਸੇ ਨੇ ਗਦਰੀ ਬਾਬਿਆਂ ਦੀਆਂ ਲਿਖਤਾਂ ਅਤੇ ਗੱਲਬਾਤਾਂ ਦੀ ਵਿਆਖਿਆ ਹਿੰਦੂ ਲੀਡਰਸ਼ਿਪ ਦੁਆਰਾ ਸਿਰਜੇ ਗਏ ਰਾਸ਼ਟਰਵਾਦੀ ਬਿਰਤਾਂਤ ਦੇ ਚੌਖਟੇ ਵਿੱਚ ਹੀ ਕੀਤੀਆਂ। ਬਾਬਿਆਂ ਦੀਆਂ ਲਿਖਤਾਂ ਅਤੇ ਪ੍ਰਵਚਨਾਂ ਨੂੰ ਰਾਸ਼ਟਰਵਾਦੀ ਬਿਰਤਾਂਤ ਦੇ ਸੁਰ ਦੇ ਅਨੁਕੂਲ ਢਾਲਿਆ ਗਿਆ ਅਤੇ ਕੁਝ ਨੇ ਆਪਣੀ ਸਿਧਾਂਤਕ ਅਯੋਗਤਾ ਅਰਥਾਤ ਮੌਲਿਕ ਸੋਚ ਦੀ ਅਣਹੋਂਦ ਕਰਕੇ ਅਣਜਾਣੇ ਤੌਰ 'ਤੇ ਸਵਰਨ ਜਾਤੀ ਹਿੰਦੂ ਵਰਗ ਦਾ ਪੱਖ ਪੂਰਿਆ। ਮਿਸਾਲ ਵਜੋਂ ਇਹ ਧਾਰਨਾ ਬਸਤੀਵਾਦੀ ਹਾਕਮਾਂ ਦੀ ਸੀ ਕਿ ਬੰਗਾਲ ਅੰਦਰ ਸਿਆਸੀ ਜਾਗ੍ਰਿਤੀ ਸਭ ਤੋਂ ਪਹਿਲਾਂ ਆਈ ਤੇ ਇਹ ਲਾਗ ਉੱਥੋਂ ਹੀ ਦੇਸ਼ ਦੇ ਦੂਸਰੇ ਖੇਤਰਾਂ ਅਤੇ ਵਰਗਾਂ ਤੱਕ ਫੈਲੀ। ਭਾਰਤ ਦੀ ਰਾਸ਼ਟਰਵਾਦੀ ਲਹਿਰ ਦੇ ਆਗੂਆਂ ਨੇ ਵੀ ਇਸ ਧਾਰਨਾ ਨੂੰ ਇੰਨ ਬਿੰਨ ਕਬੂਲ ਕਰ ਲਿਆ ਸੀ। ਫਰਕ ਸਿਰਫ ਇਹੀ ਸੀ ਕਿ ਕਿਹੜੀ ਗੱਲ ਅੰਗਰੇਜ਼ਾਂ ਨੇ ਨਿੰਦਾ ਦੇ ਭਾਵ ਨਾਲ ਕਹੀ ਸੀ, ਰਾਸ਼ਟਰਵਾਦੀਆਂ ਨੇ ਉਸਨੂੰ ਪ੍ਰਸ਼ੰਸਾ ਦੇ ਭਾਵ ਵਿੱਚ ਬਦਲ ਲਿਆ। ਇਹ ਧਾਰਨਾ ਰਾਸ਼ਟਰਵਾਦੀ ਬਿਰਤਾਂਤ ਦਾ ਹਿੱਸਾ ਬਣ ਗਈ। ਇਸ ਬਿਰਤਾਂਤ ਦੇ ਜ਼ਰੀਏ ਇਹ ਧਾਰਨਾ ਆਮ ਲੋਕਾਂ ਦੀ ਸਮਝ ਦਾ ਅੰਗ ਅਰਥਾਤ ਆਮ ਸੂਝ ਬਣ ਗਈ। ਭਾਰੂ ਵਰਗ ਦੀ ਸਮਝ ਕਿਸੇ ਤਰੀਕੇ ਨਾਲ ਹੌਲੀ-ਹੌਲੀ ਆਮ ਸੂਝ ਬਣ ਜਾਂਦੀ ਹੈ। ਮਨੋਵਿਗਿਆਨ ਅੰਦਰ ਇਸ ਕਿਰਿਆ ਦੀ ਭਰਪੂਰ ਵਿਆਖਿਆ ਕੀਤੀ ਗਈ ਹੈ। ਇਸ ਕਿਰਿਆ ਨੂੰ ਨਿਰਦੇਸ਼ਨ ਅਥਵਾ ਸੁਜੈਸ਼ਨ ਦਾ ਨਾਮ ਦਿੱਤਾ ਗਿਆ ਹੈ, ਜਿਸ ਅਨੁਸਾਰ ਜਦੋਂ ਅਸੀਂ ਬਿਨਾਂ ਚੇਤਨ ਇਰਾਦੇ ਦੇ ਬਗੈਰ ਪੜਚੋਲਿਆਂ ਜਾਂ ਸੱਤ ਅਸੱਤ ਵਿਚਾਰਿਆਂ ਕਿਸੇ ਹੋਰ ਦੇ ਵਿਚਾਰਾਂ, ਵਿਸ਼ਵਾਸਾਂ ਜਾਂ ਰੁਚੀਆਂ ਨੂੰ ਗ੍ਰਹਿਣ ਕਰ ਲੈਂਦੇ ਹਾਂ ਤਾਂ ਨਿਰਦੇਸ਼ਨ ਦੀ ਕਿਰਿਆ ਵਰਤ ਰਹੀ ਹੁੰਦੀ ਹੈ। ਇਸ ਨਾਤੇ ਨਿਰਦੇਸ਼ਨ ਇੱਕ ਐਸੀ ਪ੍ਰਕਿਰਿਆ ਹੈ ਜਿਸ ਰਾਹੀਂ ਕਿਸੇ ਵਿਅਕਤੀ ਪਾਸੋਂ ਬਿਨਾਂ ਕਿਸੇ ਵਿਚੇਚਨਾ ਦੇ ਅਚੇਤ ਹੀ ਕਿਸੇ ਵਿਚਾਰ, ਵਿਸ਼ਵਾਸ ਜਾਂ ਰਵੱਈਏ ਨੂੰ ਸਵੀਕਾਰ ਕਰਵਾਇਆ ਜਾ ਸਕਦਾ ਹੈ। ਜੇਕਰ ਕੋਈ ਵਿਚਾਰ ਬਾਰ-ਬਾਰ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਸਾਡੇ ਮਨਾਂ ਉੱਪਰ ਮਾਰ ਕਰਦਾ ਰਹੇ ਤਾਂ ਸਾਡੇ ਉੱਪਰ ਉਸ ਦਾ ਅਸਰ ਹੋ ਹੀ ਜਾਂਦਾ ਹੈ। ਇਉਂ ਨਿਰਦੇਸ਼ਨ ਨਿੱਤ ਗੁਪਤ ਮਾਰ ਸਾਡੇ ਮਨਾਂ 'ਤੇ ਕਰਦਾ ਸਾਡੀ ਜ਼ਿੰਦਗੀ ਥਾਣੀ ਲੰਘ ਜਾਂਦਾ ਹੈ। ਛਪੀਆਂ ਹੋਈਆਂ ਲਿਖਤਾਂ ਦਾ ਨਿਰਦੇਸ਼ਨਾਤਮਕ ਪ੍ਰਭਾਵ ਬੜਾ ਜ਼ਿਆਦਾ ਹੁੰਦਾ ਹੈ। ਅਖਬਾਰਾਂ ਵਿੱਚ ਛਪੀ ਖਬਰ ਸਾਨੂੰ ਕਿਤਨੀ ਭਰੋਸੇਯੋਗ ਲੱਗਦੀ ਹੈ। ਇਸੇ ਪ੍ਰਕਾਰ ਫਿਲਮੀ ਹੀਰੋਆਂ, ਰਾਜਸੀ ਲੀਡਰਾਂ, ਪ੍ਰਸਿੱਧ ਲੇਖਕਾਂ ਆਦਿ ਦੇ ਵਿਚਾਰਾਂ ਅਤੇ ਵਿਸ਼ੇਸ਼ਤਾਵਾਂ ਨੂੰ ਲੋਕੀ ਬਿਨਾਂ ਕਿਸੇ ਤਰਕ ਦੇ ਅਪਣਾ ਲੈਂਦੇ ਹਨ। ਇਹ ਧਾਰਨਾ ਕਿ ਕਰਤਾਰ ਸਿੰਘ ਸਰਾਭਾ ਨੂੰ ਸਿਆਸੀ ਜਾਗ੍ਰਿਤੀ ਦੀ ਜਾਗ ਬੰਗਾਲੀਆਂ ਕੋਲੋਂ ਲੱਗੀ,
ਇਸ ਨਿਰਦੇਸ਼ਨ ਦੀ ਕਿਰਿਆ ਦਾ ਹੀ ਨਤੀਜਾ ਹੈ। ਇਹ ਮੌਲਿਕ ਸੋਚਣੀ ਦੀ ਅਣਹੋਂਦ ਦਾ ਸਿੱਟਾ ਅਤੇ ਪ੍ਰਗਟਾਵਾ ਹੈ। ਇਹ ਸਿੱਖ ਸੰਸਕਾਰਾਂ ਅਤੇ ਅਕੀਦਿਆਂ ਦੀ ਲੁਪਤ ਤਾਕਤ ਵਿੱਚ ਅਵਿਸ਼ਵਾਸ ਅਤੇ ਅਗਿਆਨਤਾ ਦਾ ਇਜ਼ਹਾਰ ਹੈ। ਇਹ ਆਧੁਨਿਕਤਾ ਦੇ ਦੁਸ਼ਪ੍ਰਭਾਵ ਹੇਠ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਣ ਦਾ ਸਰਾਪ ਹੈ। ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਕਰਤਾਰ ਸਿੰਘ ਸਰਾਭਾ ਦੇ ਮਨ ਉੱਤੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਬੰਗਾਲ ਅੰਦਰ ਆਈ ਰਾਜਸੀ ਜਾਗ੍ਰਿਤੀ ਦਾ ਪ੍ਰਭਾਵ ਪੈ ਚੁੱਕਾ ਸੀ। ਨਾ ਹੀ ਉਸ ਦੀ ਕਿਤਾਬਾਂ ਪੜ੍ਹਨ ਵਿੱਚ ਵਿਸ਼ੇਸ਼ ਰੁਚੀ ਜਾਂ ਲਗਨ ਦੀ ਪੁਸ਼ਟੀ ਹੁੰਦੀ ਹੈ। ਸੱਚ ਇਹ ਹੈ ਕਿ ਉਹ ਚਿੰਤਨਸ਼ੀਲ ਨਹੀਂ, ਕਰਮਯੋਗੀ ਸੀ। ਉਸ ਨੂੰ ਰਾਜਸੀ ਜਾਗ ਕਦੋਂ ਅਤੇ ਕਿਵੇਂ ਲੱਗੀ ਅਤੇ ਉਸ ਦੀ ਪ੍ਰਚੰਡ ਊਰਜਾ ਤੇ ਪ੍ਰਮਾਣ ਦਾ ਅਸਲੀ ਸੋਮਾ ਕਿਹੜਾ ਸੀ, ਅਗਲੇ ਪੰਨਿਆਂ 'ਤੇ ਇਹਨਾਂ ਮਹੱਤਵਪੂਰਨ ਸਵਾਲਾਂ ਦੇ ਜਵਾਬ ਦੇਣ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 28 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।